ਮਦਰ ਫਾਦਰ ਨੇ ਮੈਨੂੰ ਆ ਵੀ ਕਿਹਾ ਕਿ ਬਕਵਾਸ ਕਰਦਾ ਹੈ। 1057 ਵੀਡੀਓਜ਼ ਫੇਲਡ ਫੱਕ ਦੇ ਮੇਲੇ ਲੱਗੇ ਰਹਿੰਦੇ ਆ। ਇੱਕ ਹੋਰ ਰੀਜ਼ਨ ਦੇਣਾ ਮੈਂ ਇਹ ਲੈਂਗੁਏਜ ਕਿਉਂ ਟਰਾਈ ਕੀਤੀ। ਭੈਂ ਭੂ ਨਿਕਲ ਜਾਂਦਾ ਨਾ, माँ खराब हो जाएगा, मैं माँ अम्मा बहन पे आ जाऊंगा मैं इनकी। I have walked on ramp for FTV by the way। ਜਿਹੜੇ ਲੋਕੀ ਲੋਕ ਕੇ ਚੈਨਲ ਵੇਖਦੇ ਸੀ ਨਾ ਰਾਤ ਵੇਲੇ FTV, ਮੈਨੂੰ ਯਾਦ ਆ ਉਹਦੀ ਡੈਥ ਤੋਂ ਵੱਡਾ ਡਿਫਿਕਲਟੀ ਤਾਂ ਕੁਝ ਨਹੀਂ ਹੈ, ਉਹ ਵੀ ਆਣੀ ਹੈ, ਪਰ ਆਪਾਂ we are leading our lives towards death only। Why you chose a double meaning वाली चीज़? But the beauty is डकार आ रहा है। अमृतसर I have seen people there क्योंकि मैं अमृतसर दी है ना, they are very passionate, they are passionate and बहुत rich people भी है। नहीं अमृतसर से कहते नहीं कनाडा चले, वो कहते कनेडा चले। तो मेरा जन्म सिद्ध अधिकार बनता था अमृतसर में पैदा होने के बाद कि मैं कनाडा तो आऊँ एक दिन। वो ਜਿਹੜਾ रेडियो कर रहे ਸੀਗਾ FM ਉੱਤੋਂ स्विच करके I joined this radio station full time। I started doing live show from Amritsar and then I got an opportunity to visit US। ਮੈਂ ਫਲੋਰੀਡਾ ਆਈਫਾ ਕਵਰ ਕਰਨ ਲਈ ਉੱਥੇ ਪਹੁੰਚਿਆ। ਦੈਨ ਕੈਨੇਡਾ ਦਾ ਜਿਹੜਾ ਭੂੰਡਾ ਉਹਨੇ ਮੈਨੂੰ ਇੱਦਾਂ ਕਰਕੇ ਡੰਕ ਮਾਰਿਆ। ਤੁਹਾਨੂੰ ਜੋ ਤੁਹਾਡੇ ਫਾਦਰ ਦੀ ਫੀਲਿੰਗ ਹੈ ਉਹਦੇ ਤੋਂ ਤੁਸੀਂ ਆਪਣੀ ਫੀਲਿੰਗ ਨੂੰ ਕਿੱਦਾਂ ਡਿਫਰੈਂਟ ਰੱਖਦੇ ਹੋ? ਯੂ ਵਿਲ ਓਬਵੀਅਸਲੀ ਤੁਹਾਡੇ ਬੱਚੇ ਨੇ ਵੀ ਤੁਹਾਡਾ ਕੰਟੈਂਟ ਦੇਖਣਾ ਹੈ, ਪਰ ਜਦੋਂ ਕੋਈ ਸਟੂਡੈਂਟ ਦੇ ਨਾਲ ਪ੍ਰੋਬਲਮ ਹੁੰਦੀ ਹੈ ਪਹਿਲਾਂ ਤੇ ਸ਼ਕਤੀ ਇਨਫਲੂਐਂਸਰ ਆ ਜਾਂਦੇ ਨੇ। ਦੇ ਆਰ ਨਾਟ ਰੋਂਗ what they are saying, ਆਪਣੇ experiences ਦੱਸ ਰਹੇ ਆ, ਬਟ ਉਹ ਇਨਫਲੂਐਂਸ ਕਰਦੇ ਆ because they are called influencers। ਸੋ ਉਹ ਉਹਨਾਂ ਨੂੰ ਲੈਟ ਡਾਊਨ ਕਰਦਾ। ਫਿਰ ਆਲੇ ਦੁਆਲੇ ਦਾ ਬੰਦਾ ਕਹਿੰਦਾ ਨਹੀਂ ਜੀ ਬੇੜਾ ਕਰਕੇ ਪਿਆ। ਇਤਨੀ ਇੱਜ਼ਤ ਸਾਹਿਲ ਜੀ। अब मेरे को समझ में आ रहा है ना, वो एबल टू अंडरस्टैंड कि पार्ले को कैसा महसूस होता होगा जब उसके आगे जी लग जाता है। एंड वन फाइन डे ਮੈਨੂੰ याद है मैं दिल्ली ਦੇ ਕੁੱਤਿਆਂ ਤੋਂ ਬਚਦਾ ਹੋਇਆ ਇੱਕ गार्डन 'ਚ ਪਹੁੰਚਿਆ ਸੀਗਾ। I'll come to the answer, but what you feel? Nothing। सुबह की पहली किरणें आपके चेहरे पे पड़ रही हैं और यार ਤੁਹਾਡੇ ਜੈਟ ਨਹੀਂ ਲੱਗਾ ਤੇ ਮੁਸਕਰਾਹਟ जो है उसके साथ आपकी सुबह की शुरुआत हो रही है। सोचिए हर ਥਾਂ ਤੇ ਫੱਕੋ ਫੱਕ ਦੇ ਮੇਲੇ ਲੱਗੇ ਪਏ ਆ कि चिड़ियों की चहचहाहट जब आपकी मॉर्निंग को रिफ्रेशिंग बनाएगी तो आपको कितना अच्छा लगेगा। ਮੈਨੂੰ ਉੱਥੇ ਪ੍ਰੈਸ਼ਰ ਨਹੀਂ ਬਣਿਆ, ਮੈਂ ਥੱਲੇ ਉਤਰਿਆ ਤੇ ਮੈਨੂੰ ਪ੍ਰੈਸ਼ਰ ਬਣ ਗਿਆ। ਹੁਣ ਮੈਂ ਕਿਤੇ ਵੀ ਜਾਵਾਂਗਾ ਇੱਥੇ ਤੇ ਟਿਸ਼ੂ ਮਿਲਣਗੇ, ਟਿਸ਼ੂ ਦਾ ਇਸ਼ੂ ਹੈਗਾ, ਇਸ ਕਰਕੇ मैं वापस जाऊँगा तो जेट पंप पर था। बस ऐसी ही रिफ्रेशिंग एहसास को लेके मैं आपके पास आया हूँ। तो अब आप अपने कानों को मेरे पास लेके आइए, थोड़ा और पास, थोड़ा। मैं यूएस गया, आई वॉज फ्रस्ट्रेटेड, वाई डू दे यूज टिश्यूज। क्या जब मैं आपके कानों में कुछ गुनगुनाता हूँ, कुछ बोलता हूँ, कुछ बुदबुदाता हूँ तो आपको कुछ नहीं होता? भाई चुप कर दिया कर, किसी ਨੂੰ ਵੀ ਮਿਲੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਵੈਲਕਮ ਟੂ ਲੈਟ ਮੀ ਸਪੀਕ ਪੋਡਕਾਸਟ ਐਂਡ ਟੁਡੇ ਇਜ਼ ਮਾਈ ਫਰਸਟ ਐਪੀਸੋਡ। ਕਹਿੰਦੇ ਹੈ ਕਿ ਜ਼ਿੰਦਗੀ ਦੇ ਵਿੱਚ ਕੋਈ ਵੀ ਇਨਸਾਨ ਜਦੋਂ ਤੁਹਾਡੀ ਹੈਲਪ ਕਰਦਾ ਨਾ ਕਿਸੇ ਵੀ ਚੀਜ਼ ਦੇ ਵਿੱਚ, ਜੇ ਉਹ ਪਹਿਲੀ ਹੈਲਪ ਹੋਵੇ ਜਾਂ ਕਿਸੇ ਦੀ ਸ਼ੁਰੂਆਤ ਦੇ ਵਿੱਚ ਉਹਦਾ ਪਹਿਲਾ ਤੁਹਾਡੇ ਨਾਲ ਕੋਈ ਰੋਲ ਹੋਵੇ, ਉਹਨੂੰ ਜ਼ਿੰਦਗੀ ਭਰ ਯਾਦ ਰੱਖਣਾ ਚਾਹੀਦਾ ਹੈ। ਅੱਜ ਮੇਰੇ ਨਾਲ ਉਹੀ ਗੈਸਟ ਨੇ ਜਿਨ੍ਹਾਂ ਨੂੰ ਸ਼ਾਇਦ ਮੈਂ ਲਾਈਫ ਟਾਈਮ ਯਾਦ ਰੱਖਾਂਗੀ, ਸ਼ਾਇਦ ਨਹੀਂ ਪੱਕਾ ਰੱਖਾਂਗੀ ਲਾਈਫ ਟਾਈਮ ਯਾਦ, ਕਿਉਂਕਿ ਮੇਰੀ ਇਹ ਪਹਿਲੀ ਪੌੜੀ ਨੂੰ ਚੜ੍ਹਨ ਦੇ ਵਿੱਚ ਸਾਹਿਲ ਜੀ ਮੇਰਾ ਸਾਥ ਦੇ ਰਿਹਾ। ਸੋ ਹੀ ਇਜ਼ ਅ ਫੇਮਸ ਕੰਟੈਂਟ ਕ੍ਰੀਏਟਰ, ਤੁਸੀਂ ਉਹਨਾਂ ਨੂੰ ਦੇਖਦੇ ਹੋ ਐਂਡ ਇਟਸ ਅ ਪਲੇਜ਼ਰ ਫॉर ਮੀ ਟੂ ਹੈਵ ਹਿਮ on Let Me Speak. So we will welcome Sahil ji. Sahil ji, thank you so much for taking that time and पहला कदम मेरे नाल चुकन दे लई। इतनी इज्जत साहिल जी। अब मेरे को समझ में आ रहा है ना, वो एबल टू अंडरस्टैंड कि पार्ले को कैसा महसूस होता होगा जब उसके आगे जी लग जाता है। फीलिंग आ रही बिस्किट वर्गी? बिस्किट वर्गी आ रही है। चाह च डुबो ना दे, ਜ਼ਿਆਦਾ ਦੇਰ ਨਾ ਡੁਬੋ ਕੇ ਰੱਖਿਓ ਨਹੀਂ ਤਾਂ ਟੁੱਟ ਜੂਗਾ। ਓਕੇ ਬਟ ਥੈਂਕ ਯੂ ਵੈਰੀ ਮੱਚ, ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ। ਮੈਂ ਲੋਕਾਂ ਨੂੰ ਕਹਿੰਦੇ ਹੋਏ ਵੇਖਿਆ ਹਮੇਸ਼ਾ, ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ, ਮੈਨੂੰ ਸੱਦਿਆ ਇੱਥੇ ਹੈ ਨਾ। ਹੁਣ ਮੈਨੂੰ ਮੇਰਾ ਕਹਿਣ ਦਾ ਮੌਕਾ ਆਇਆ ਤੇ ਫੀਲਿੰਗ ਰੀਅਲੀ ਹੈਪੀ। ਬਟ ਦ ਮੂਮੈਂਟ ਯੂ ਕਾਲਡ ਐਂਡ ਦ ਵੇ ਯੂ ਸਪੋਕ ਆਈ ਵਾਜ਼ ਲਾਈਕ ਓ ਯਾ ਕੂਲ। ਸੋ ਆਈ ਐਮ ਗਲੈਡ ਮੈਂ ਇੱਧਰ ਆਇਆ ਐਂਡ ਆਲ ਦ ਬੈਸਟ। ਦਿਸ ਇਜ਼ ਯੋਰ ਪਹਿਲਾ ਪੋਡਕਾਸਟ ਅਤੇ ਉਸ ਤੋਂ ਬਾਅਦ ਤੁਸੀਂ ਨੰਬਰ ਆਫ ਪੋਡਕਾਸਟ, ਨੰਬਰ ਆਫ ਇੰਟਰਵਿਊਜ਼ ਤੁਸੀਂ ਕਰੋਗੇ, ਵੱਡੇ ਵੱਡੇ ਸੈਲੀਬ੍ਰਿਟੀਜ਼ ਦਾ ਕਰੋਗੇ। ਆਲ ਦ ਬੈਸਟ ਫॉर ਦੈਟ ਐਂਡ ਯਾ ਥੈਂਕ ਯੂ ਸੋ ਮਚ ਸਾਹਿਲ ਜੀ। ਐਂਡ ਜਦੋਂ ਕਿਸੇ ਚੀਜ਼ ਦੀ, ਜਿੱਦਾਂ ਮੈਂ ਮੈਂਸ਼ਨ ਕੀਤਾ ਨਾ, ਸ਼ੁਰੂਆਤ ਹੁੰਦੀ ਹੈ ਪਹਿਲੀ, ਯੂ ਰਿਮੈਂਬਰ ਹਾਊ ਯੂ ਸਟਾਰਟਡ? ਯਾਦ ਹੈ ਪਹਿਲਾ ਇੰਟਰਵਿਊ ਕੀ ਫੀਲ ਹੋਇਆ ਸੀ, ਕੀ ਕੀਤਾ ਸੀ? ਹਾਂ ਯੈਸ, ਮੇਰਾ ਜਿਹੜਾ ਪਹਿਲਾ ਇੰਟਰਵਿਊ ਸੀਗਾ ਉਹ ਰੇਡੀਓ ਦਾ ਹੀ ਇੰਟਰਵਿਊ ਸੀਗਾ। ਸੋ ਆਈ ਰਿਮੈਂਬਰ ਮੈਂ
ਕੈਟ MBA ਦੀ ਤਿਆਰੀ ਕਰ ਰਿਹਾ ਸੀਗਾ ਇੰਡੀਆ ਦੇ ਵਿੱਚ 2007 ਦਾ ਸਾਲ ਚੱਲਦਾ ਸੀ, 7-8 ਦਾ ਸਾਲ ਚੱਲਦਾ ਸੀਗਾ। ਅਤੇ ਮੈਂ ਦਿੱਲੀ 'ਚ ਸੀਗਾ, ਪੜ੍ਹਾਈ ਕਰ ਰਿਹਾ ਸੀਗਾ। ਸਮਝ ਆਉਂਦੀ ਨਹੀਂ ਸੀਗੀ ਕਿਉਂ ਕਰ ਰਹੇ, ਕਿਉਂਕਿ ਆਈ ਥੋਟ ਦੈਟ ਆਈ ਐਮ ਨਾਟ ਕੱਟ ਆਊਟ ਫॉर ਪੜ੍ਹਾਈ। ਸੋ ਆਈ ਗੋਟ ਟੂ ਨੋ ਦੈਟ ਅੰਮ੍ਰਿਤਸਰ ਦੇ ਵਿੱਚ ਇੱਕ ਰੇਡੀਓ ਸਟੇਸ਼ਨ ਆਉਣ ਵਾਲਾ ਹੈ। ਸੋ ਮੈਂ ਇਤਫਾਕਨ ਉਦੋਂ ਅੰਮ੍ਰਿਤਸਰ ਗਿਆ ਦਾ ਸੀਗਾ। ਮੈਨੂੰ ਜਦੋਂ ਪਤਾ ਲੱਗਾ, ਮੈਂ ਆਪਣੇ ਇੱਕ ਫਰੈਂਡ ਨੂੰ ਫ਼ੋਨ ਕੀਤਾ, ਮੈਂ ਕਿਹਾ ਚੱਲ ਆ ਇੰਟਰਵਿਊ ਦੇ ਕੇ ਆਈਏ। ਆਪਾਂ ਇੰਟਰਵਿਊ ਦੇਣ ਪਹੁੰਚੇ। ਕਿਉਂਕਿ ਮੈਂ ਦਿੱਲੀ ਰਿਹਾ ਸੀ ਥੋੜ੍ਹੀ, ਮੈਨੂੰ 2-3 ਮਹੀਨੇ ਹੀ ਹੋਏ ਸੀਗੇ। ਐਂਡ ਰੇਡੀਓ ਸਟੇਸ਼ਨ ਵਾਜ਼ ਰੀਅਲੀ ਆਈ ਰੀਅਲੀ ਲਾਈਕਡ ਲਿਸਨਿੰਗ ਟੂ ਰੇਡੀਓ ਐਂਡ ਐਕਸੈਸਿਬਲ ਸੀਗਾ, ਬੜਾ ਈਜ਼ੀ ਸੀਗਾ। ਸੋ ਆਈ ਵੁੱਡ, ਉਸ ਟਾਈਮ 'ਤੇ ਫ਼ੋਨ ਵੀ ਉੱਦਾਂ ਦੇ ਆਉਂਦੇ ਸੀਗੇ ਜਿਹੜੇ FM ਅਨੇਬਲਡ ਸੀਗੇ। ਆਈ ਵੁੱਡ ਲਿਸਨ ਟੂ ਦ ਰੇਡੀਓ ਐਂਡ ਆਈ ਵੁੱਡ ਸਮ ਟਾਈਮ ਐਨੈਕਟ ਐਜ਼ ਵੈਲ, ਇੱਦਾਂ ਹੀ ਵਿਦਾਊਟ ਥਿੰਕਿੰਗ ਦੈਟ ਆਈ ਵਿਲ ਐਂਡ ਅਪ ਡੂਇੰਗ ਅ ਰੇਡੀਓ ਜੋਬ। ਸੋ ਮੈਂ ਇੰਡੀਆ ਗਿਆ, ਮੈਂ ਅੰਮ੍ਰਿਤਸਰ ਗਿਆ। ਸੋ ਉੱਥੇ ਮੈਂ ਆਡੀਸ਼ਨ ਦੇਣ ਗਿਆ। ਉਹਨਾਂ ਨੇ ਕਿਹਾ ਕਿ ਬਈ ਬੋਲ ਕੇ ਸੁਣਾਓ। ਮੈਨੂੰ ਇੱਕ ਤਾਂ ਮੈਨੂੰ ਸ਼ਾਹਰੁਖ ਖਾਨ ਦੀ ਮਿਮਿਕਰੀ ਮੇਰੇ ਬਾਈ ਡਿਫਾਲਟ ਹੀ ਆ। ਆਈ ਕੈਨ ਐਨੀ ਟਾਈਮ ਸਵਿਚ ਟੂ ਸ਼ਾਹਰੁਖ ਖਾਨ। ਸੋ ਡਾਇਲੋਗ ਯਾਦ ਹੈ ਜੋ ਡਾਇਲੋਗ ਬੋਲੇ ਸੀਗਾ, ਉਹਨਾਂ ਨੇ ਕਿਹਾ ਸੀ ਤੁਸੀਂ ਮਾਰਨਿੰਗ ਸ਼ੋ ਕਰੋਗੇ। ਸੋ आई डू नॉट एग्जैक्टली रिमेंबर, बट मैंने कुछ ऐसा ही बोला था कि सुबह की पहली किरणें आपके चेहरे पे पड़ रही हैं और एक खिलखिलाती मुस्कुराहट जो है उसके साथ आपकी सुबह की शुरुआत हो रही है। सोचिए कि चिड़ियों की चहचहाहट जब आपकी मॉर्निंग को रिफ़्रेशिंग बनाएगी तो आपको कितना अच्छा लगेगा। बस ऐसी ही रिफ़्रेशिंग एहसास को लेके मैं आपके पास आया हूँ। ओह वाह। तो कुछ मैंने उसके बाद ऐसा भी बोला था। हाँ। तो अब आप अपने कानों को मेरे पास लेके आइए, थोड़ा और पास, थोड़ा। क्या जब मैं आपके कानों में कुछ गुनगुनाता हूँ, कुछ बोलता हूँ, कुछ बुदबुदाता हूँ तो आपको कुछ नहीं होता है। सो कुछ इदां दा बोलिया सी एंड आई वाज सो, आई वुड हायर यू ऑन दैट। That's the reason I was so 100% sure that I will be hired. If ਜੇ ਮੈਂ ਨਹੀਂ ਹਾਇਰ ਹੋਇਆ ਤੇ ਕੋਈ ਨਹੀਂ ਹੋ ਸਕਦਾ। ਮੈਂ ਜਦੋਂ ਬਾਹਰ ਗਿਆ, ਮੇਰਾ ਫਰੈਂਡ ਮੈਨੂੰ ਕਹਿੰਦਾ ਤੇਰੀ ਆਵਾਜ਼ ਬਾਹਰ ਤੱਕ ਆ ਰਹੀ ਸੀ ਕਿ ਤੂੰ ਪੱਕਾ ਹਾਇਰਡ ਆ, ਪਰ ਮੈਨੂੰ ਕਾਲ ਨਹੀਂ ਹੈ 5-6 ਮਹੀਨੇ। I was like, dude, how could I go wrong? And one fine day, ਮੈਨੂੰ ਯਾਦ ਹੈ ਮੈਂ ਦਿੱਲੀ ਦੇ ਕੁੱਤਿਆਂ ਤੋਂ ਬਚਦਾ ਹੋਇਆ ਇੱਕ ਗਾਰਡਨ 'ਚ ਪਹੁੰਚਿਆ ਸੀਗਾ। ਸੋ ਉੱਥੇ ਤੁਹਾਡਾ ਕੰਮ ਨਹੀਂ ਹੋਇਆ? ਨਹੀਂ ਹੋ ਗਿਆ। ਵਨ ਫਾਈਨ ਡੇ ਦੇ ਓਨਲੀ ਕਾਲਡ। ਮੈਂ ਕਿਤੇ ਜਾ ਰਿਹਾ ਸੀ, ਮੇਰੇ ਹੱਥ 'ਚ ਕੋਈ ਲਿਫਾਫਾ ਸੀਗਾ ਅਤੇ ਇੱਕ ਕੁੱਤਾ ਮੇਰੇ ਮਗਰ ਪੈ ਗਿਆ ਅਤੇ ਮੈਂ ਭੱਜਦਾ ਹੋਇਆ ਗਾਰਡਨ 'ਚ ਛਾਲ ਮਾਰ ਕੇ ਵੜਿਆ। ਸਾਓ ਸਾਈ ਹੋਇਆ ਦਾ ਸੀਗਾ ਅਤੇ ਮੈਨੂੰ ਫੋਨ ਆਇਆ, ਮੈਂ ਪਤਾ ਨਹੀਂ ਕਿਹਦਾ। ਮੈਂ ਫੋਨ ਚੱਕਿਆ ਅਤੇ ਉਹਨਾਂ ਨੇ ਕਿਹਾ ਜੀ ਕਿੰਨੀ ਸੈਲਰੀ ਲਓਗੇ? ਮੈਂ ਕਿਹਾ ਆਈ ਡੋਂਟ ਹੈਵ ਐਨੀ ਆਈਡੀਆ, ਦਿਸ ਇਜ਼ ਮਾਈ ਫਰਸਟ ਜੋਬ। ਉਹਨਾਂ ਨੇ ਇੱਕ ਪੰਚ ਮਾਰਿਆ, ਐਨ ਆਈਡੀਆ ਕੈਨ ਚੇਂਜ ਯੂਰ ਲਾਈਫ, ਸਮਥਿੰਗ ਲਾਈਕ ਦੈਟ। ਉਹ ਉਦੋਂ ਚੱਲਦਾ ਸੀਗਾ ਉਹਨਾਂ ਦਾ ਵਨ ਲਾਈਨਰ। ਸੋ ਆਈ ਵਾਜ਼ ਲਾਈਕ ਓਕੇ ਦੈਨ ਚੇਂਜ ਮਾਈ ਲਾਈਫ। ਦੈਨ ਦੇ ਕਾਲਡ ਮੀ। ਮੈਂ ਕਿਹਾ ਛੱਡੋ MBA ਕੀ ਕਰਨੀ ਹੈ, ਚਲੋ ਰੇਡੀਓ ਜੁਆਇਨ ਕਰੀਏ। ਸੋ ਦੈਟਸ ਹਾਊ ਰੇਡੀਓ ਹੈਪਨ ਟੂ ਮੀ ਐਂਡ ਇਟ ਚੇਂਜਡ ਮਾਈ ਐਂਟਾਇਰ ਲਾਈਫ, ਟ੍ਰੈਜੈਕਟਰੀ ਆਫ ਲਾਈਫ। ਮੇ ਬੀ ਇਨ ਅ ਪੈਰਲਲ ਯੂਨੀਵਰਸ ਮੈਂ ਸ਼ਾਇਦ MBA ਕਰਨ ਦੀ ਹਾਲੇ ਵੀ ਕੋਸ਼ਿਸ਼ ਕਰਦਾ ਹੁੰਦਾ, ਕਿਉਂਕਿ ਮੈਂ ਪਾਸ ਤਾਂ ਹੋਣਾ ਨਹੀਂ ਸੀਗਾ। ਨੋ ਬਟ ਯੂ ਆਰ ਡੂਇੰਗ ਅ ਗ੍ਰੇਟ ਜੋਬ। ਐਂਡ ਓਬਵੀਅਸਲੀ ਹੈ ਨਾ, ਸਾਰਿਆਂ ਦੇ ਲਈ ਇੱਕ ਇੱਦਾਂ ਚੀਜ਼ ਹੁੰਦੀ ਹੈ ਕਿ ਤੁਸੀਂ ਪਹਿਲਾਂ ਆਜ਼ਮਾਉਂਦੇ ਹੋ, ਫਿਰ ਜਦੋਂ ਉਹ ਚੀਜ਼ ਤੁਹਾਨੂੰ ਕੁਛ ਦੇਣ ਲੱਗ ਜਾਂਦੀ ਹੈ ਦੈਨ ਤੁਸੀਂ ਉਹਦੇ ਵਿੱਚ ਐਕਸਪਲੋਰ ਕਰਕੇ ਅੱਗੇ ਵੱਧਦੇ ਹੋ। ਅੰਮ੍ਰਿਤਸਰ, ਆਈ ਹੈਵ ਸੀਨ ਪੀਪਲ ਦੇਅਰ, ਕਿਉਂਕਿ ਮੈਂ ਅੰਮ੍ਰਿਤਸਰ ਦੀ ਹਾਂ ਨਾ, ਦੇ ਆਰ ਵੈਰੀ ਪੈਸ਼ਨੇਟ। ਦੇ ਆਰ ਪੈਸ਼ਨੇਟ ਐਂਡ ਬਹੁਤ ਰਿਚ ਪੀਪਲ ਵੀ ਹੈ, ਬਹੁਤ ਲੋਕਾਂ ਕੋਲ ਪੈਸਾ ਹੈ ਉੱਥੇ, ਉਹਨਾਂ ਦੀ ਅਲੱਗ ਹੀ ਇੱਕ ਵਾਈਬ ਹੈ। ਐਬਸੋਲੂਟਲੀ। ਐਂਡ ਈਵਨ ਜਦੋਂ ਅੰਮ੍ਰਿਤਸਰ 'ਚ ਕਹਿਣਾ ਹੁੰਦਾ ਨਾ ਬੰਦਾ ਕੈਨੇਡਾ ਚੱਲਿਆ, ਐਂਡ ਦੇ ਫੀਲ ਕਿ ਨਹੀਂ, ਅੰਮ੍ਰਿਤਸਰ 'ਚ ਕਹਿੰਦੇ ਨਹੀਂ ਕੈਨੇਡਾ ਚੱਲਿਆ, ਉੱਥੇ ਕਹਿੰਦੇ ਕੈਨੇਡਾ ਚੱਲਿਆ। ਹਾਂ, ਕੈਨੇਡਾ ਚੱਲਿਆ ਹੈ ਨਾ। ਅਤੇ ਅੰਮ੍ਰਿਤਸਰ ਤੋਂ ਕੈਨੇਡਾ ਦਾ ਤੁਹਾਡਾ ਕੈਨੇਡਾ ਇਜ਼ ਐਨ ਇਮੋਸ਼ਨ ਔਰ ਅ ਵਾਈਬ ਔਰ ਯੂ ਨੋ ਫੀਲ ਇਨ ਪੰਜਾਬ ਸੌਰੀ। ਅੰਮ੍ਰਿਤਸਰ ਤੋਂ ਕੈਨੇਡਾ ਦਾ ਰੂਟ ਕਿੱਦਾਂ ਰਿਹਾ? हाउ यू डिसाइडेड टू, ਜਦੋਂ ਉੱਥੇ सब कुछ सेट हो गया? मेरा जन्म सिद्ध अधिकार बनता था अमृतसर में पैदा होने के बाद कि मैं कनाडा तो आऊँ एक दिन, बीइंग इन पंजाब में ना। सो ऑब्वियसली आले दुआले आंड गुआंड ਦਾ ਕੋਈ ਨਾ ਕੋਈ ਕੈਨੇਡਾ ਸੀਗਾ। ਸੋ ਬਟ ਸਟਿਲ ਮੇਰਾ ਇੰਕਲੀਨੇਸ਼ਨ ਉਦੋਂ ਵੀ ਕੈਨੇਡਾ ਵੱਲ ਨਹੀਂ ਹੋਇਆ ਸੀਗਾ। ਬਾਏ ਦ ਵੇ ਪੀਪਲ, ਸਟੈਚੂਟਰੀ ਵਾਰਨਿੰਗ, ਆਈ ਕੈਨ ਸੇ ਕੈਨੇਡਾ। ਮੈਂ ਕੈਨੇਡਾ ਹੀ ਨਹੀਂ ਜਾਣਦਾ, मैं ਕੈਨੇਡਾ ਕਹਿ ਸਕता हूँ। ਸੋ ਬਾਈ ਡਿਫਾਲਟ ਅੱਜ ਕੱਲ੍ਹ ਮਾਈਕ ਸਾਹਮਣੇ ਆਉਂਦਾ ਤਾਂ ਮੇਰੇ ਮੂੰਹ ਵਾਲੀ ਪੰਜਾਬੀ ਨਿਕਲ ਜਾਂਦੀ ਆ ਆਪਣੇ ਆਪ ਹੀ। ਓਕੇ, ਆਈ ਐਮ ਸੋ ਮਚ ਇਨਟੂ ਦੈਟ ਕੈਰੈਕਟਰ ਨਾ। ਕਮਿੰਗ ਬੈਕ, so while I was working with that radio station, I got another opportunity. एक USA the Hindi radio station called Mera Sangeet was launching at that time. So
ਉਹਨਾਂ ਨੇ ਮੈਨੂੰ ਅਪਰੋਚ ਕੀਤਾ, ਸਾਡੀ ਗੱਲਬਾਤ ਹੋਈ, ਪਾਰਟ ਟਾਈਮ ਮੈਂ 1 ਘੰਟੇ ਦਾ ਉੱਥੇ ਰਿਕਾਰਡਡ ਸ਼ੋਅ ਆਨਲਾਈਨ ਡਿਜੀਟਲ ਪਲੇਟਫਾਰਮ 'ਤੇ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕਰਕੇ ਮੇਰਾ ਟ੍ਰਾਂਜੀਸ਼ਨ ਇੱਦਾਂ ਹੋਇਆ ਕਿ ਮੈਂ ਉਹ ਜਿਹੜਾ ਰੇਡੀਓ ਕਰ ਰਿਹਾ ਸੀਗਾ FM ਉੱਤੋਂ ਸਵਿਚ ਕਰਕੇ ਆਈ ਜੁਆਇਨਡ ਦਿਸ ਰੇਡੀਓ ਸਟੇਸ਼ਨ ਫੁੱਲ ਟਾਈਮ। ਆਈ ਸਟਾਰਟਡ ਡੂਇੰਗ ਲਾਈਵ ਸ਼ੋਅ ਫਰੋਮ ਅੰਮ੍ਰਿਤਸਰ। 2014 ਤੱਕ ਮੈਂ ਕਰਦਾ ਰਿਹਾ ਐਂਡ ਦੈਨ ਆਈ ਗੋਟ ਐਨ ਓਪਰਚੁਨਿਟੀ ਟੂ ਵਿਜ਼ਿਟ US। ਮੈਂ ਫਲੋਰੀਡਾ IFA ਕਵਰ ਕਰਨ ਲਈ ਉੱਥੇ ਪਹੁੰਚਿਆ। ਜਦੋਂ ਮੈਂ ਉੱਥੇ ਪਹੁੰਚਿਆ ਉਦੋਂ ਮੇਰੇ ਦਿਮਾਗ 'ਚ ਇੱਕ ਸਪਾਰਕ ਜਿਹੜੀ ਹੈ ਉੱਠੀ ਕਿ ਯਾਰ ਓਕੇ ਦਿਸ ਇਜ਼ ਇੰਟਾਇਰਲੀ ਡਿਫਰੈਂਟ ਵਰਲਡ ਐਂਡ maybe one day I'll plan to do this and then I don't know I decided that moment ਜਦੋਂ ਮੈਂ US ਤੋਂ ਵਾਪਸ ਜਾ ਰਿਹਾ ਸੀਗਾ ਕਿ ਯਾਰ ਜੇ at that time also I hadn't envisioned ਕਿ I'll come to Canada। ਮੈਂ ਕਿਹਾ ਚਲੋ ਵਾਪਸ ਜਾ ਰਹੇ ਹਾਂ but I'll try that ਹੁਣ my foreign trips are frequent। 2014 I was in US, 2015 I went to Singapore, 16 I went to England, then I got married, we went to Switzerland, Finland, a few other countries and then Canada ਦਾ ਜਿਹੜਾ ਭੂੰਡਾ ਉਹਨੇ ਮੈਨੂੰ ਇੱਦਾਂ ਕਰਕੇ ਡੰਕ ਮਾਰਿਆ। ਸੋ ਆਈ ਵਾਜ਼ ਲਾਈਕ ਕਿ ਲੈਟਸ ਟਰਾਈ ਬਿਕੋਜ਼ ਕੈਨੇਡਾ ਦੀ ਹਵਾਵਾਂ ਬੜੀਆਂ ਚੱਲ ਰਹੀਆਂ ਸੀਗੀਆਂ। ਸੋ ਆਈ ਵਾਜ਼ ਲਾਈਕ ਕਿ ਲੈਟਸ ਟਰਾਈ ਫਿਗਰਿੰਗ ਆਊਟ ਦੈਟ ਵਾਟਸ ਦ ਵੇ। ਅਗੇਨ ਆਈ ਡਿਡ ਨਾਟ ਵਾਂਟ ਟੂ ਸਪੈਂਡ ਅ ਲੋਟ ਆਫ ਮਨੀ ਟੂ ਕਮ ਟੂ ਕੈਨੇਡਾ। ਮੈਂ ਬੰਬੇ ਜਾ ਚੁੱਕਾ ਸੀਗਾ 2015 'ਚ ਮੈਂ ਬੰਬੇ ਮੂਵ ਹੋ ਗਿਆ ਸੀਗਾ। ਆਈ ਸਟਾਰਟਡ ਵਰਕਿੰਗ ਵਿਦ ਹੋਮ ਸ਼ਾਪਿੰਗ ਚੈਨਲ ਐਟ ਦੈਟ ਟਾਈਮ। ਉਹਨਾਂ ਦੇ ਨਾਲ ਕੰਮ ਕਰ ਰਹੇ ਸੀਗੇ। ਬੰਬੇ ਦੀ ਲਾਈਫ ਵਾਜ਼ ਰੀਅਲੀ ਨਾਈਸ, ਰੌਕਿੰਗ, ਬਿਊਟੀਫੁਲ। I was doing multiple things. I met my wife over there. We got married. So everything ਗੁੱਡ ਚੱਲਦਾ ਸੀ। ਫਿਰ 2018-19 ਮੈਨੂੰ ਯਾਦ ਆ ਮੈਂ ਇੱਕ ਫੈਸਟੀਵਲ 'ਤੇ ਸੀਗਾ, ਵੱਡੇ ਵੱਡੇ ਇਨਫਲੂਐਂਸਰਸ ਉੱਥੇ ਆਏ ਦੇ ਸੀਗੇ, ਭੁਵਨ ਬਾਮ, ਬਾਦਸ਼ਾਹ, ਐਵਰੀਵਨ ਦੇ ਵਰ ਆਲ ਦੇਅਰ। ਅਤੇ ਪਤਾ ਨਹੀਂ ਕਿਸੇ ਨੇ ਆਲੇ ਦੁਆਲੇ ਕੋਈ ਗੱਲ ਹੋਈ ਸੈਲਫ ਇੰਪਲੋਇਡ ਦੀ ਅਤੇ ਮੈਂ ਸੁਣ ਕੇ ਅਨਸੁਣੀ ਕਰਤੀ। ਨੈਕਸਟ ਡੇ ਮਾਈ ਮੋਮ ਸੈਂਟ ਮੀ ਅ ਪਿਕਚਰ ਆਫ ਅ ਪੈਂਫਲੇਟ। ਉਹਨਾਂ ਨੂੰ ਐਕਚੁਅਲੀ ਪੈਂਫਲੇਟ ਦੀ ਪਿਕਚਰ ਵੀ ਜਿਹੜੀ ਹੈ ਉਹ ਕੈਮਰਾ ਫਰੈਂਡਲੀ ਨਹੀਂ ਸੀਗੇ ਇੰਨੇ। ਫਰੰਟ ਕੈਮਰਾ ਔਨ ਹੋ ਗਿਆ ਅਤੇ ਬੈਕ ਕੈਮਰਾ ਕਿੱਦਾਂ ਔਨ ਕਰਨਾ ਮੈਨੂੰ। ਅਤੇ ਉਹਨਾਂ ਨੂੰ ਮੈਂ ਦੱਸਿਆ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਇੱਦਾਂ ਕੁਛ ਆਇਆ ਦਾ ਹੈ ਕਿ ਰੇਡੀਓ ਹੋਸਟਸ ਐਂਡ ਇਹ ਉਹ ਸਾਰੇ ਜਾ ਸਕਦੇ ਇੱਦਾਂ। ਸੋ ਮੈਂ ਕਿਹਾ ਪਤਾ ਨਹੀਂ ਕੀ ਹੈ, ਮੈਨੂੰ ਫੋਟੋ ਭੇਜੋ। ਉਹਨਾਂ ਨੇ ਮੈਨੂੰ ਕਿਸੇ ਤਰੀਕੇ ਧੁੰਦਲੀ ਜੀ ਫੋਟੋ ਭੇਜੀ। So I read the pamphlet. I called that number, the immigration agent. They said कि नहीं है, only people like who are in Bollywood, Shah Rukh Khan, Akshay Kumar types, they can apply through this route. I was like, it doesn't look that way. फिर मैं और 2-3 agents ਨੂੰ call ਕੀਤਾ but they didn't have any idea about it. ਫਿਰ ਮੈਂ ਆਪ ਹੀ ਜਾ ਕੇ, ਮੈਂ ਕਿਹਾ ਥੋੜ੍ਹਾ ਤਾਂ ਪੜ੍ਹਿਆ ਹੀ ਹੈਗਾ, MB ਦੀ ਤਿਆਰੀ ਕਰਦਾ ਸੀਗਾ, ਥੋੜ੍ਹਾ ਪੜ੍ਹਿਆ ਹੈਗਾ, ਮੈਂ ਆਪ ਹੀ ਜਾ ਕੇ ਕੈਨੇਡਾ ਦੀ official website 'ਤੇ ਚੈੱਕ ਕੀਤਾ। So I thought ਕਿ ਯਾਰ everything I meet all the requirements. So ਮੈਂ ਆਪਣੇ ਜਿਹੜੇ ਮੇਰਾ ਸੰਗੀਤ ਦੇ ਓਨਰ ਨੇ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੇ ਰੀਡ ਆਊਟ ਕੀਤਾ। ਉਹ ਕਹਿੰਦੇ ਯਾਰ ਹਾਂ ਤੇਰਾ ਲੱਗ ਰਿਹਾ ਕਿ ਬਣਦਾ ਹੈ। ਮੈਂ ਕਿਹਾ ਕਰ ਦਿੰਦੇ ਅਪਲਾਈ। ਸੋ ਉਸ ਕੈਟੇਗਰੀ ਦੇ ਵਿੱਚ ਇੱਕ ਪੁਆਇੰਟ ਸੀਗਾ the onus of proving that you've been working as a self-employed individual in this industry on an international level is on your shoulders. So you have to prove it. Prove ਕਰਨ ਲਈ I had all the pictures. There is no, I mean now there are many stars in Bollywood whom I have not interviewed, but I have spoken to all the Salman Khan, ਸਾਰਿਆਂ ਦੇ ਨਾਲ ਇੰਟਰਵਿਊਜ਼ ਕੀਤੇ, ਪਿਕਚਰਸ ਆ, ਸਾਰਾ ਕੁਛ ਮੈਂ ਪਾਤਾ, ਆਡੀਓ ਫਾਈਲਸ ਵੀ ਪਾਤੀਆਂ ਆਪਣੇ ਰਿਜ਼ਿਊਮੇ ਦੇ ਵਿੱਚ ਜਿਹੜਾ ਮੈਂ ਇਹਨਾਂ ਨਾਲ ਸ਼ੇਅਰ ਕੀਤਾ, ਸਾਰਾ ਕੁਛ A to Z ਪਾਤਾ। ਅਤੇ ਇਵੈਂਚੁਅਲੀ ਕੋਵਿਡ ਨੇ ਆ ਕੇ ਲੱਤ ਮਾਰਤੀ ਪਿੱਛੇ। ਸੋ ਟਾਈਮ ਥੋੜ੍ਹਾ ਲੱਗਾ ਬਟ ਆਈ ਗੋਟ ਮਾਈ PR ਵਿਦ ਫੈਮਿਲੀ। ਤੁਹਾਡੇ ਲਈ ਤਾਂ ਬਹੁਤ ਸੌਖਾ ਹੋਣਾ। ਸੌਖਾ PR 'ਤੇ ਆਏ ਸੀਗੇ ਨਾ, ਬਹੁਤ ਈਜ਼ੀ ਹੈ। ਸਟੂਡੈਂਟ ਲਾਈਫ, ਵਰਕ ਲਾਈਫ ਕਹਿੰਦੇ ਕੈਨੇਡਾ ਦੀ ਬੜੀ ਟਫ ਹੈ। इट वॉज वेरी ईजी फॉर यू? अगर आपने मेरी वीडियोस देखी हैं तो आप जानते होंगे। नहीं, ओके, सो ईजी, एक्चुअली यू नो व्हाट, if you've seen my videos, which you have, that's why you called me. So Thank I'm you for calling me once again. नहीं, I'll tell you one thing. किसी लिए easy the definition कुछ और है, किसी लिए easy the definition कुछ और है। I always say, and few days ago मैं एक वीडियो भी पाई सीगी कि the life is going to be really difficult. Life is difficult.
it's how you see, what's your outlook, and how ਇੱਕ ਬੈਟਮੈਨ ਮੂਵੀ ਦੀ ਲਾਈਨ ਆ, ਵਾਈ ਡੂ ਵੀ ਫਾਲ to learn to pick ourselves up. So I know what students are facing right now. I have faced struggle, I still do, but the only thing is that ਮੈਂ ਨਾਲ ਹੀ ਕਹਿੰਦਾ ਕਿ ਯਾਰ ਚੱਲ ਕੋਈ ਗੱਲ ਨਹੀਂ, ਆ ਆਈ ਹੈ ਅਤੇ ਇਹਨੂੰ ਟੱਪ ਕੇ ਕਿੱਦਾਂ ਅੱਗੇ ਜਾਣਾ, ਕਿਉਂਕਿ ਕਰਨਾ ਤਾਂ ਪੈਣਾ ਹੀ ਹੈ. ਡੈਥ ਤੋਂ ਵੱਡਾ ਡਿਫੀਕਲਟੀ ਤਾਂ ਕੁਛ ਨਹੀਂ ਹੈ, ਉਹ ਵੀ ਆਉਣੀ ਹੈ, ਪਰ ਆਪਾਂ we are leading our lives towards death only. But then also we are saying कि छोटी जी आ चीज़ होगी, छोटी जी वो चीज़ होगी, तो we start crying. So yeah. So this was the point, this was the perception ਜਿਹੜਾ ਮੈਂ ਕਿਹਾ, ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਐਜ਼ ਅ ਸਟੂਡੈਂਟ ਜਦੋਂ ਕੈਨੇਡਾ ਵੈਲਕਮ ਕਰਦਾ ਹੈ ਜਾਂ ਵਰਕ ਪਰਮਿਟ ਦੇ ਉੱਤੇ ਜਦੋਂ ਤੁਸੀਂ ਆਉਂਦੇ ਹੋ ਉਦੋਂ ਲਾਈਫ ਟਫ ਹੈ, ਜਦੋਂ ਕਿਸੇ ਨੇ PR 'ਤੇ ਆਉਣਾ ਤਾਂ ਬਹੁਤ ਸੌਖਾ ਹੈ. ਸੋ ਜਿਹੜੀ ਤੁਸੀਂ ਗੱਲ ਕਹੀ ਕਿ ਉਹ ਅਲੱਗ ਵੇ ਦੇ ਵਿੱਚ ਡਿਫਿਕਲਟੀਜ਼ ਆਉਂਦੀਆਂ, ਵਾਈ ਵੀ ਸੀ ਕਿ ਪਰਮਾਨੈਂਟ ਰੈਜ਼ੀਡੈਂਟ ਹੋਣ ਤੋਂ ਬਾਅਦ ਸਾਡੇ ਲਈ ਲਾਈਫ ਆਸਾਨ ਹੋ ਜਾਣੀ ਹੈ, ਜਾਂ ਜੇ ਅਸੀਂ PR 'ਤੇ ਆਏ ਹੁੰਦੇ ਤਾਂ ਉਹ ਆਸਾਨ ਹੈ. ਵਾਈ ਦੇ ਥਿੰਕ ਲਾਈਕ ਦੈਟ? ਉਹ ਪਰਸੈਪਸ਼ਨ ਹੈਗੀ ਕਿਉਂ ਹੈ? ਸੋ ਓਕੇ, ਵਾਟ ਹੈਪਨਸ ਇਜ਼ ਕਿ ਇੱਕ ਹੋਰ ਚੈਲੰਜ ਐਡ ਹੋ ਗਿਆ ਕਿ ਯਾਰ ਮੈਂ PR ਲੈਣੀ ਹੈ. ਜਿਹੜਾ PR ਆਇਆ ਉਹਦੇ ਲਈ ਚੈਲੰਜ ਆ ਕਿ ਮੈਂ ਕਾਰ ਸਿੱਧੀ ਸਟਰਗਲ ਅੱਜ ਕੱਲ੍ਹ ਮੈਂ ਫੇਸ ਕਰ ਰਿਹਾ. ਫੈਮਿਲੀ ਨੂੰ ਸਾਂਭ ਕੇ ਰੱਖਣਾ, ਜਿਹੜੀ ਫੈਮਿਲੀ ਛੱਡ ਕੇ ਆਏ ਉਹਨਾਂ ਨੂੰ ਸਾਂਭ ਕੇ ਰੱਖਣਾ, ਕੰਸਿਸਟੈਂਟ ਫੇਅਰ ਦੇ ਨਾਲ ਜੀਣਾ. ਜਿਸ ਏਜ 'ਚ ਮੈਂ ਆਇਆ, ਨਾ ਗੋਣਾ ਟੈਲ ਯੂ ਮਾਈ ਏਜ ਬੜੀ, ਜਿਸ ਏਜ ਦੇ ਵਿੱਚ ਮੈਂ ਆਇਆ, ਉਸ ਏਜ ਦੇ ਵਿੱਚ ਮੇਰੇ ਪੇਰੈਂਟਸ ਦੀ ਜੋ ਏਜ ਹੈ, ਅੱਗੇ ਪਿੱਛੇ ਸੱਜੇ ਖੱਬੇ ਉੱਪਰ ਥੱਲੇ, ਦੇयर ਆਰ ਸੋ ਮੈਨੀ ਥਿੰਗਸ. ਉਹ ਡਾਇਲੋਗ ਸੀਗਾ, ਹੱਸਦੇ ਚਿਹਰੇ ਨੂੰ ਵੇਖ ਕੇ ਪਤਾ ਨਹੀਂ ਲੱਗਦਾ, ਸਮਥਿੰਗ ਲਾਈਕ ਦੈਟ. ਸੋ ਦੇयर ਆਰ ਸੋ ਮੈਨੀ ਥਿੰਗਸ ਹਰ ਕਿਸੇ ਦੀ ਲਾਈਫ ਦੇ ਵਿੱਚ ਚੱਲ ਰਹੀਆਂ ਨੇ. ਜਿਹੜਾ ਵੀ ਬੰਦਾ ਕਿਤੇ ਵੀ ਪਹੁੰਚਿਆ, ਅਗੇਨ ਇੱਕ ਡਾਇਲੋਗ, ਕੁਛ ਤੋਂ ਛੂਟੇਗਾ ਬਣੀ, ਇਹ ਜਵਾਨੀ ਹੈ ਦੀਵਾਨੀ ਦਾ ਡਾਇਲੋਗ ਹੈ. ਔਰ ਇਹ ਛੋਟੇ ਛੋਟੇ ਵਨ ਲਾਈਨਰ ਜਿਹੜੇ ਆ ਉਹ ਲਾਈਫ ਦਾ ਤੱਥ ਨੇ. ਸੋ PR ਜਿਹੜਾ ਬੰਦਾ ਆਉਂਦਾ ਆ, ਅੱਜ ਕੱਲ੍ਹ ਨੌਕਰੀਆਂ ਦਾ ਜੋ ਸਿਨੈਰੀਓ ਚੱਲ ਰਿਹਾ ਹੈ ਅੱਜ ਕੱਲ੍ਹ, ਉਸ ਤੋਂ ਇਲਾਵਾ ਹਰ ਚੀਜ਼ ਹੀ ਹੈ. there I say and you can delete it, but ਇਹ ਮੇਰਾ ਇੱਕ ਲਾਈਨ ਬਣ ਗਈ ਹੈ, ਕਾਫੀ ਤਕੀਆ ਕਲਾਮ ਤੋਂ ਪੋਪੂਲਰ ਵੀ ਹੋ ਰਿਹਾ. ਹਰ ਥਾਂ 'ਤੇ ਫੱਕੋ ਫੱਕ ਦੇ ਮੇਲੇ ਲੱਗੇ ਪਏ ਆ. ਠੀਕ ਹੈ. ਸੋ ਦਿਸ ਇਜ਼ ਹੈਪਨਿੰਗ ਨਾਓ. ਹਾਊ ਡੂ ਯੂ ਮੈਨੇਜ? ਇੰਨਾ ਇਟ ਵਾਜ਼ ਵੈਰੀ ਇੰਟਰਸਟਿੰਗ, ਕਿਉਂਕਿ ਮੈਂ ਉਸ ਪੁਆਇੰਟ 'ਤੇ ਆਉਣ ਲੱਗੀ ਸੀ, ਹੈ ਨਾ ਸਾਹਿਲ ਜੀ. ਤੁਸੀਂ ਆਪਣੇ ਕੰਟੈਂਟ ਨੂੰ ਰੈਫਰ ਕਰਦੇ ਹੋ ਬਿਕਾਜ਼ ਉਹ ਤੁਹਾਡੇ ਅੰਦਰ ਹੈ ਇਸ ਵੇਲੇ, ਹੈ ਨਾ. ਯੂ ਆਰ ਦ ਸਾਹਿਲ ਜੋ ਇੰਸਟਾਗ੍ਰਾਮ 'ਤੇ, ਮੇਬੀ ਟਿਕਟੋਕ 'ਤੇ, ਸੋਸ਼ਲ ਮੀਡੀਆ 'ਤੇ ਨਜ਼ਰ ਆਉਂਦਾ ਹੈ, ਤਾਂ ਉਹ ਤੁਹਾਡੀ ਪਰਸਨੈਲਿਟੀ ਦੇ ਉੱਤੇ ਉਹ ਇੰਪੈਕਟ ਰਹਿੰਦਾ ਹੈ ਉਸ ਚੀਜ਼ ਦਾ, ਹੈ ਨਾ. ਵਾਈ ਯੂ ਚੋਜ਼ ਇਹ ਡਬਲ ਮੀਨਿੰਗ ਵਾਲੀ ਚੀਜ਼ ਕਿ ਇਹਨੂੰ ਮੈਂ ਅਪਫਰੰਟ ਰੱਖਣਾ ਹੈ? ਡਿਡ ਯੂ ਫੇਸ ਐਨੀ ਪ੍ਰੋਬਲਮ ਇਨ ਦੈਟ? ਓਕੇ, ਸੋ ਐਜ਼ ਆਈ ਟੋਲਡ ਯੂ, ਆਪਣੀ ਇੱਕ ਪੋਡਕਾਸਟ ਪ੍ਰੋਡਕਸ਼ਨ ਕੰਪਨੀ ਵੀ ਹੈ, ਔਡ ਸਟੋਰੀ. ਸੋ ਉੱਥੇ ਜਿਹੜਾ ਆਪਾਂ ਪਹਿਲਾ ਪੋਡਕਾਸਟ ਪ੍ਰੋਡਿਊਸ ਕੀਤਾ, ਜਿਨ੍ਹਾਂ ਦੇ ਨਾਲ ਕੀਤਾ, ਸ਼ੀ ਇਜ਼ ਅ ਵੈਰੀ ਬਿਗ ਇਨਫਲੂਐਂਸਰ. ਉਹਨਾਂ ਦੀ ਆਪਣੀ ਸਟੋਰੀਜ਼ ਉਹ ਨਰੇਟ ਕਰਦੇ ਸੀਗੇ, ਐਂਡ ਸ਼ੀ ਵੁੱਡ ਟਾਕ ਅਬਾਊਟ ਸਟੋਰੀਜ਼ ਜੋ ਉਹਨਾਂ ਦੀ ਲਾਈਫ 'ਚ ਹੋਈਆਂ, ਐਕਸਪਲਿਸਿਟ ਸਟੋਰੀਜ਼ which would have some sexual innuendos as well, which will have some other things as well. Now ਉਹਨਾਂ ਦੇ ਨੰਬਰਸ ਬਹੁਤ ਸਪਾਈਕ ਕੀਤੇ, ਭੁਵਨ ਬਾਮ ਨੰਬਰਸ ਬਹੁਤ ਸਪਾਈਕ ਕੀਤੇ. Now I did not do this for numbers. At the back of my mind always numbers were there because I am a number person. ठीक है, but I know that you, me, everyone in this entire face of earth, ਆਪਾਂ ਯਾਰਾਂ ਦੋਸਤਾਂ ਨਾਲ ਵੀ ਗੱਲ ਕਰਦੇ ਹੁੰਦੇ ਨਾ, ਭੈਂ ਭੂ ਨਿਕਲ ਜਾਂਦਾ ਨਾ. these are like, so relatability of content is, and when I am talking to you on my social media platform, using that as a medium, as a friend, to tell you in a very friendly way that bro, this is how it is. And when I am trying to be your friend, now this involuntarily ਨਿਕਲ ਜਾਂਦਾ ਆ. ਆਪਾਂ ਯਾਰ ਦੋਸਤ ਨਾਲ ਵੀ ਗੱਲ ਕਰਦੇ ਹਾਂ, ਜੇ ਉਹ ਬੁੱਝਿਆ ਹੋਏ ਨਾ, ਉਹਨੂੰ ਚੱਲ ਆ ਜਾ ਤੈਨੂੰ ਦੱਸਦੇ ਹਾਂ ਕਿ ਸਕਸੈਸਫੁਲ ਹੋਣ ਲਈ ਕੀ ਕਰਨਾ. ਸੋ that's how I started doing it. ਹਾਂ, ਮੈਨੂੰ ਕਾਫੀ ਲੋਕ ਕਹਿੰਦੇ ਆ,
ਕਮੈਂਟ ਵੀ ਆਉਂਦੇ ਆ, ਬਟ ਡੂ ਦੇ ਨਾਟ ਸਪੀਕ ਦਿਸ ਲੈਂਗੁਏਜ? ਦੇ ਡੂ। ਅੱਛਾ, ਤੁਸੀਂ ਪਹਿਲਾਂ ਕਿਹਾ ਨਾ ਡਿਲੀਟ ਕਰ ਦਿਓ, ਅਸੀਂ ਤਾਂ ਨਹੀਂ ਕਰਨਾ ਹੈ ਨਾ, ਪਰ ਕਈ ਲੋਕਾਂ ਨੂੰ ਇਹ ਚੀਜ਼ ਲੱਗਦੀ ਹੈ ਕਿ ਅਸੀਂ ਇਹ ਚੀਜ਼ ਬੱਚਿਆਂ ਸਾਹਮਣੇ ਨਹੀਂ ਸੁਣਨੀ। ਤੁਸੀਂ ਟਰਮ ਯੂਜ਼ ਕੀਤੀ ਕਿ ਅਸੀਂ ਇਹ ਚੀਜ਼ ਯਾਰਾਂ ਦੋਸਤਾਂ 'ਚ ਯੂਜ਼ ਕਰਦੇ ਹਾਂ ਹੈ ਨਾ, ਅਤੇ ਉਹ ਸਰਕਲ ਦੇ ਵਿੱਚ ਜਦੋਂ ਤੁਸੀਂ ਹੁੰਦੇ ਹੋ, ਉਸ ਤੋਂ ਬਾਅਦ ਜਦੋਂ ਤੁਸੀਂ ਫੈਮਿਲੀ 'ਚ ਹੁੰਦੇ ਹੋ ਤੁਸੀਂ ਅਲੱਗ ਪਰਸਨੈਲਿਟੀ ਹੁੰਦੇ ਹੋ। ਤੁਹਾਡੀ ਫੈਮਿਲੀ ਇਹਨੂੰ ਕਿੱਦਾਂ ਲੁੱਕ ਆਊਟ ਕਰਦੀ ਹੈ? ਵਾਟ ਦੇ ਰਿਐਕਟ ਟੂ ਇਟ? ਮੇਰੀ ਫੈਮਿਲੀ ਨੂੰ ਮੇਰੇ ਇੱਕ ਚੀਜ਼ ਤੋਂ ਐਕਸਟੈਂਸਿਵ ਯੂਜ਼ ਆਫ ਪੋਟੀ ਐਂਡ ਪੋਟੀ ਦੇ ਡਿਫਰੈਂਟ ਸਿਨੋਨਿਮਸ ਜਿਹੜੇ ਨੇ ਉਹ ਤੋਂ ਪ੍ਰੋਬਲਮ ਹੈਗੀ ਸੀ, ਸ਼ਾਇਦ ਹਾਲੇ ਵੀ ਹੈਗੀ। ਉਹਨਾਂ ਕਹਿਣਾ ਬੰਦ ਕਰਤਾ ਕਿ ਟੀਟ ਹੈਗਾ ਇਹਨਾਂ 'ਤੇ ਮੁੜਨਾ ਨਹੀਂ, ਠੀਕ ਹੈ। ਦੇ ਆਰ ਲਾਈਕ, ਬਟ what's the first thing you do to get relaxed in life in the morning? If you don't do that, if you don't take a dump, you don't, you know, ਸਾਰੀ ਦਿਹਾੜੀ ਪਰੇਸ਼ਾਨ ਰਹਿੰਦੇ ਹੋ। ਤੇ ਗੱਲ ਕਰਨ 'ਚ that's the reality bro। ਮੈਂ US ਗਿਆ, I was frustrated, why do they use tissues? I started talking about it, people relate to it, everyone relate, even if ਜੇ ਕੋਈ ਗਾਲਾਂ ਵੀ ਕੱਢਦਾ, ਜੇ ਕਿਸੇ ਦੇ ਮਦਰ ਫਾਦਰ ਨੇ ਮੈਨੂੰ ਆ ਵੀ ਕਿਹਾ ਕਿ ਬਕਵਾਸ ਕਰਦਾ ਹੈ, they also when they visit US the first thing they say is ਯਾਰ ਤੁਹਾਡੇ ਜੈਟ ਨਹੀਂ ਲੱਗਾ, right? So these are all very, you know, relatable and realistic things that are happening. I am just choosing to speak those things. But now there are many ਬਹੁਤ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਉਹ ਮੈਨੂੰ ਫੋਲੋ ਕਰਦੇ ਆ। एक दो बारी मैंने इतना कमेंट आया कि ओ यार मैंने आपकी ये ना वीडियो आपकी बहुत अच्छी है, मैंने अपनी मम्मा के साथ शेयर करनी थी लेकिन इस वर्ड की वजह से मैंने की नहीं। अच्छा, they do it say it directly to you? या बड़ी बार होता है। What you feel? I'll come to the answer, but what you feel? Nothing। Seriously? I'll tell you why। Okay, एक और रीज़न देना हुआ मैं ये लैंग्वेज क्यों ट्राई की थी। I wanted to create content and I have been creating content from 2007 ਜਦੋਂ ਰੇਡੀਓ ਸਟਾਰਟ ਹੋਇਆ। ਸੋਸ਼ਲ ਮੀਡੀਆ ਤੇ, ਹਾਂਜੀ ਸੋਸ਼ਲ ਮੀਡੀਆ ਤੇ 2014। ਐਕਸੈਪਟੈਂਸ ਮੇਰੇ ਦਿਲ 'ਚ ਆਈ ਨਹੀਂ ਸੀਗੀ ਬਿਕੋਜ਼ ਆਈ ਐਮ ਆਪਾਂ ਕੌਣ ਹੁੰਦੇ ਆ 1980s 'ਚ ਬਰਥ ਹੋਏ, ਜੈਨਜ਼ੀ ਤੋਂ ਪਿੱਛੇ ਵਾਲੇ ਬਲੂਮਰਸ ਪਤਾ ਨਹੀਂ ਜੋ ਵੀ ਹੁੰਦੇ ਆਪਾਂ। ਸੋ ਆਪਾਂ ਲੋਕਾਂ ਨੂੰ ਨਾ ਐਕਸੈਪਟੈਂਸ ਨਹੀਂ ਆਉਂਦੀ ਕਿ ਇੱਕ ਨਵਾਂ ਪਲੈਟਫਾਰਮ ਆ ਗਿਆ ਜੋ ਯੂ ਨੋ ਦੈਟ ਕੈਨ ਡੂ ਗਦਰ। ਸੋ YouTube ਦੀ ਐਕਸੈਪਟੈਂਸ ਨਹੀਂ ਆਈ ਮੇਰੇ ਕੋਲ, ਇੰਸਟਾ ਦੀ ਐਕਸੈਪਟੈਂਸ ਨਹੀਂ ਆਈ ਮੇਰੇ ਕੋਲ, ਸੋਸ਼ਲ ਮੀਡੀਆ ਪਲੈਟਫਾਰਮਸ ਦੀ ਐਕਸੈਪਟੈਂਸ ਨਹੀਂ ਆਈ। ਮੈਂ ਡਿਨਾਈਲ 'ਚ ਸੀਗਾ ਕਿ ਯਾਰ ਆਹ ਵੀ ਪਲੈਟਫਾਰਮਸ ਹੋ ਸਕਦੇ ਆ ਜਿਹੜਾ ਕੁਝ ਕਿਸੇ ਨੂੰ ਬਣਾ ਸਕਦੇ ਆ। ਮੇਰੇ ਲਈ TV ਸੀਗਾ, ਰੇਡੀਓ ਸੀਗਾ। ਜੇ ਮੇਰੇ ਕੋਲ ਆਹ ਐਕਸੈਪਟੈਂਸ 2008 'ਚ ਆ ਗਈ ਹੁੰਦੀ ਤੇ ਰਾਈਟ ਦ ਕਾਈਂਡ ਆਫ ਕੰਟੈਂਟ ਦੈਟ ਆਈ ਕ੍ਰੀਏਟ, ਆਈ ਥਿੰਕ ਮੇਰੇ ਨੰਬਰਸ ਬਹੁਤ ਵਾਸਟ ਹੋਣੇ ਸੀਗੇ। ਜਦੋਂ ਮੈਂ ਜੰਪ ਇਨ ਕੀਤਾ ਸੋਸ਼ਲ ਮੀਡੀਆ ਦੇ ਵਿੱਚ, ਉਦੋਂ ਲੋਕਾਂ ਦੇ ਨੰਬਰਸ ਆਲਰੇਡੀ ਬਹੁਤ ਬਲੋਨ ਅਪ ਸੀਗੇ, ਇੰਨੇ ਸੀਗੇ ਕਿ ਮੇਰੇ ਲਈ ਐਂਟਰੀ बहुत मुश्किल हुई। 1057 वीडियोज़ failed, my consistent 1057 or more than that failed। Still I kept on trying different formulas। ਪਹਿਲਾਂ ਮੈਂ ਚੱਕਦਾ ਸੀਗਾ, ਆ ਨਹੀਂ ਬੋਲਣਾ, ਉਹ ਨਹੀਂ ਬੋਲਣਾ। ਮੈਂ ਲੋਕਾਂ ਨੂੰ ਵੇਖਿਆ, ਮੈਂ ਕਿਹਾ ਯਾਰ ਆ ਤੇ my language is far better than what people are saying with the words that they are using। ਮੇਰਾ ਤੇ ਇੱਥੇ ਤੱਕ ਹੀ ਲਿਮਿਟ ਆ, ਠੀਕ ਹੈ। I know my dairas, I won't use a lot of words that people are। I was like, ਇੱਕ ਲਾਈਨ ਦੇ ਵਿੱਚ 20 words ਦੇ ਵਿੱਚ 12 words this guy is using and he's getting viral। That was also one of the, see, I have no shame in agreeing to this fact ਕਿ that was also at the back of ਜੇ 1100 ਵਾਰ ਮੈਂ ਫੇਲ ਹੋ ਗਿਆ ਸੀਗਾ। so I was like ਹੁਣ ਮੈਂ ਥੋੜ੍ਹਾ ਜਿਹਾ ਪਨ ਇੰਟੈਂਡਡ ਇਹਨੂੰ ਕਹਿੰਦੇ ਆ ਨਾ, ਪਨ ਇੰਟੈਂਡਡ ਇਹੋ ਜਿਹੇ ਡਬਲ ਮੀਨਿੰਗ ਵਰਡਸ ਜਿਹੜੇ ਆ ਉਹ ਵੀ ਟਰਾਈ ਕਰਕੇ ਵੇਖਦਾ। ਐਂਡ 1 2 3 4 ਵੀਡੀਓਜ਼ ਚਲੀਆਂ। ਹੁਣ ਜਿੱਦਾਂ लोग कहते हैं कि हम ऐसा कंटेंट बनाते हैं क्योंकि लोग कंज्यूम करते हैं, लोग कंज्यूम कर रहे हैं। सो पर लोग एक्सेप्ट क्यों नहीं करते कि वो सुनते हैं, उन्हों की डेली लाइफ भी वो है। यू आर नॉट डूइंग एनीथिंग आउट ऑफ द बॉक्स। जो तुसी कहने की कोशिश करते हो दैट इज़ समथिंग कि कई बार लोग कहते इदां दे गाने क्यों बनते हैं, क्योंकि उन्हों की व्यूअरशिप ज़्यादा होंदी है। हर कोई धार्मिक गाने गाएगा, उन्ना नहीं चलते।
ਸੋ ਯੋਰ ਪੁਆਇੰਟ ਮੇਰੇ ਇਜ਼ ਮੇਰੇ ਕਰੈਕਟ। ਪਾਪਾ ਦੇ ਨਾਲ ਇਸ ਚੀਜ਼ ਨੂੰ ਲੈ ਕੇ ਇੱਕ ਵਾਰੀ ਰਾਤ ਦੇ 2-3 ਵਜੇ ਦੇ ਲਾਗੇ ਡਿਬੇਟ ਹੋਈ ਸੀ, ਇੱਥੇ 2-3 ਵਜੇ ਸੀ ਉੱਥੇ ਉਹਨੇ, ਤੇ ਨਾਓ ਆਈ ਸਪੀਕ ਫਰੋਮ ਅ ਪੁਆਇੰਟ ਆਫ ਫਰਸਟ੍ਰੇਸ਼ਨ ਆਲਸੋ ਦੈਟ ਪਾਪਾ ਆਈ ਹੈਵ ਕ੍ਰੀਏਟਡ ਸੋ ਮੈਨੀ ਕੰਟੈਂਟ ਪੀਸਿਸ, ਨਥਿੰਗ ਹੈਡ ਵਰਕ, ਬਟ ਵਾਈਲ ਆਈ ਵਾਜ਼ ਗੋਇੰਗ ਟੂ ਦੀ ਆਫਿਸ ਆਈ ਫੇਸ ਦਿਸ ਪ੍ਰੋਬਲਮ ਦੈਟ ਮੈਂ ਘਰੇ ਜੈਟ ਪੰਪ ਲਾਇਆ, ਠੀਕ ਆ, ਅਤੇ ਮੈਨੂੰ ਉੱਥੇ ਪ੍ਰੈਸ਼ਰ ਨਹੀਂ ਬਣਿਆ, ਮੈਂ ਥੱਲੇ ਉਤਰਿਆ ਅਤੇ ਮੈਨੂੰ ਪ੍ਰੈਸ਼ਰ ਬਣ ਗਿਆ। ਹੁਣ ਮੈਂ ਕਿਤੇ ਵੀ ਜਾਵਾਂਗਾ ਇੱਥੇ ਤਾਂ ਟਿਸ਼ੂ ਮਿਲਣਗੇ, ਟਿਸ਼ੂ ਦਾ ਇਸ਼ੂ ਹੈਗਾ, ਇਸ ਕਰਕੇ ਮੈਂ ਵਾਪਸ ਜਾਵਾਂਗਾ ਅਤੇ ਜੈਟ ਪੰਪ ਵਰਤਾ। ਆਈ ਕ੍ਰੀਏਟਿਡ ਦੈਟ ਰੀਲ ਐਂਡ ਮਲਟੀਪਲ ਅਦਰ ਰੀਲਸ ਲਾਈਕ ਦੈਟ। ਸੋ ਹੀ ਵਾਜ਼ ਲਾਈਕ ਕੁਛ ਹੋਰ ਵੀ ਕੰਟੈਂਟ ਕਰ ਸਕਦਾ, ਚੰਗਾ ਕੰਟੈਂਟ ਵੀ ਕਰ ਸਕਦਾ। ਮੈਂ ਕਿਹਾ ਦੇਖੋ ਨੰਬਰ ਸ਼ੇਅਰ ਕਰਦਾ, ਉਹਦੇ ਸ਼ੇਅਰ ਸੀਗੇ ਲੱਖ ਤੋਂ ਵੱਧ, ਸ਼ੇਅਰਸ ਲੱਖ ਤੋਂ ਵੱਧ ਸੀਗੇ, ਲਾਈਕਸ। ਸੋ ਇਨ ਇੰਸਟਾਗ੍ਰਾਮ ਵਰਲਡ ਸ਼ੇਅਰਸ 3 ਟੈਪਸ ਲੈਂਦੇ ਨੇ, ਠੀਕ ਹੈ। ਯੂ ਕਲਿੱਕ ਔਨ ਦ ਸ਼ੇਅਰ ਬਟਨ, you either post it to your story and then say okay, or you share it with some other person, right? Share is 3 times the effort of liking. Liking is like either you click the heart or double click, okay? So mega someone is sharing that more than that, so I will continue creating that kind of content. And yeah, ਪਹਿਲੀ ਵੀਡੀਓ ਜਦੋਂ ਡਬਲ ਮੀਨਿੰਗ ਵਾਲੀ ਚੱਲੀ ਕਿੰਨੇ ਸ਼ੇਅਰ ਸੀ? ਤੁਸੀਂ ਪਾ ਦਿਓ ਸਕਰੀਨਸ਼ਾਟ ਲੈ ਕੇ। ਆਈ ਡੋਂਟ ਰਿਮੈਂਬਰ ਬਿਕੋਜ਼ ਉਹਦੇ ਸ਼ੇਅਰ ਤਾਂ ਵੀ ਵੱਧ ਰਹੇ ਹੈ। ਪੋਡਕਾਸਟ ਫਾਰਮੈਟ ਵਾਲੀ ਵੀ ਹੈਗੀ ਹੈ ਸਾਡੀ, ਉਹ ਪੋਡਕਾਸਟ ਫਾਰਮੈਟ ਵਾਲੀ, ਰਾਈਟ, ਅਰਾਊਂਡ 90,000 ਔਰ ਸ਼ਾਇਦ ਹੁਣ ਵੱਧ ਚੁੱਕੇ ਨੇ। ਲਾਈਕਸ 30,000। 90,000 ਬੰਦੇ ਹੀ ਸੀਗੇ ਜਿਨ੍ਹਾਂ ਨੇ ਕੀਤਾ? ਆਫ ਕੋਰਸ ਬੰਦੀਆਂ ਸਾਰੇ ਹੋਣਗੇ, ਸਾਰੇ ਹੋਣਗੇ। ਯਾ ਦੈਨ ਵਾਈ ਪੀਪਲ ਥਿੰਕ ਕਿ ਅਸੀਂ ਇਦਾਂ ਦੇ ਨਹੀਂ ਹੈਗੇ? हाँ, वो मेरे लिए सोचने के लिए थोड़ी है, मैं तो कंटेंट सोच ही रहे हैं, ठीक है, मैं कंटेंट सोच रहे हैं, वो उनके सोचने के लिए है, एंड इट इज़, आई रिस्पेक्ट द फैक्ट। ਇਹ ਵੀ ਹੋ ਸਕਦਾ ਐਕਚੁਅਲੀ ਦੈਟ ਪੀਵਡ them off, ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਨਹੀਂ ਚੰਗੀ ਲੱਗੀ ਹੋਏ ਉਹ ਗੱਲ, ਐਂਡ ਆਈ ਰਿਸਪੈਕਟ ਦੈਟ ਫੈਕਟ, but that's the beauty of social media, that's the beauty of any content that you choose to watch, again, that you choose to watch, just swipe up. But hatred ਵੀ ਆਉਂਦੀ ਹੈ, but ਜਦੋਂ ਤੁਹਾਨੂੰ ਪਤਾ ਲੱਗ ਗਿਆ, what I do when I get any, ਮੇਰਾ ਕੋਈ ਵੀ ਹੇਟ ਕਮੈਂਟ ਜਾਂ ਇੱਦਾਂ ਦਾ ਵੀ ਆਉਂਦਾ ਹੈ, ਕਿਉਂਕਿ ਯਾਰ ਬਹੁਤ ਕੁਛ ਹੁੰਦਾ ਲਾਈਫ ਦੇ ਵਿੱਚ, ਬੜਾ ਕੁਛ, ਅਗੇਨ ਫੱਕ ਦੇ ਮੇਲੇ ਲੱਗੇ ਰਹਿੰਦੇ ਆ, ਰਾਈਟ। ਸੋ ਮੈਂ ਆਪਣੇ ਆਪ ਨੂੰ ਉਹ ਹੇਟ ਵਾਲੇ ਕਮੈਂਟਸ ਤੋਂ ਬਹੁਤ ਪਿਆਰ ਵੀ ਮਿਲਦਾ, ਹੇਟ ਵਾਲੇ ਕਮੈਂਟਸ ਤੋਂ ਬੋਦਰ ਨਹੀਂ ਕਰਦਾ, ਮੈਂ ਸਿੱਧਾ ਨਾਮ ਦੇਖਦਾ, ਕਲਿੱਕ ਕਰਦਾ, ਬੈਨ ਕਰਦਾ, ਖਤਮ। So because in my real life, and people tell me this thing, that you don't have to be ਤੁਹਾਡੇ ਸਰਕਲ ਦੇ ਵਿੱਚ ਜਿਹੜਾ ਬੰਦਾ ਤੁਹਾਡੇ ਨਾਲ ਨਹੀਂ ਚੰਗਾ, you don't have to be with them, but I say otherwise, ਮੇਰੇ ਸਰਕਲ ਦੇ ਵਿੱਚ ਜੇ ਕੋਈ ਮਾੜਾ ਵੀ ਕਰਦਾ, ਜੇ ਕੋਈ ਭੈੜਾ ਵੀ ਬੋਲਦਾ, it's okay, it doesn't matter, because that's my close circle, I have chosen those people, it's okay। ਮੈਨੂੰ ਆ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗਾ, but outside of my circle, if someone is, ਉਹਦਾ ਤਾਂ ਮੇਰਾ ਕੋਈ ਲੈਣਾ ਦੇਣਾ, I'll ban them, I'll block them, that's what I do। ਅੱਛਾ, ਜਦੋਂ ਅਸੀਂ ਜਨਰੇਸ਼ਨਸ ਦੀ ਗੱਲ ਕਰਦੇ ਹਾਂ ਨਾ, ਤੁਸੀਂ ਦੱਸਿਆ ਕਿ ਓਬਵੀਅਸਲੀ ਸਾਡੇ ਮਦਰ ਫਾਦਰ ਹਰ ਕੋਈ ਉਸ ਫੀਲਡ ਦੇ ਵਿੱਚ ਪਹੁੰਚਣ ਦੇ ਲਈ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਡਾਕਟਰ ਬਣਨਗੇ, ਇੰਜੀਨੀਅਰ ਬਣਨਗੇ, ਉਹ ਕੰਟਰੋਵਰਸੀ ਰਹਿੰਦੀ ਹੈ ਨਾ, ਉਹ ਆਲਵੇਜ਼ ਰਹਿੰਦੀ ਹੈ। ਸੋ ਇੱਕ ਜਨਰੇਸ਼ਨ ਹੈ ਕਿ ਜਿਨ੍ਹਾਂ ਨੇ ਤੁਹਾਨੂੰ ਕੁਝ ਬਣਾਉਣਾ ਹੁੰਦਾ ਹੈ, ਦੂਸਰੀ ਜਨਰੇਸ਼ਨ ਹੈ ਜਿਨ੍ਹਾਂ ਨੂੰ ਤੁਸੀਂ ਬਣਾਉਣਾ ਹੈ। ਯੂ ਹੈਵ ਅ ਸਨ, ਤੁਹਾਨੂੰ ਜੋ ਤੁਹਾਡੇ ਫਾਦਰ ਦੀ ਫੀਲਿੰਗ ਹੈ ਉਹਦੇ ਤੋਂ ਤੁਸੀਂ ਆਪਣੀ ਫੀਲਿੰਗ ਨੂੰ ਕਿੱਦਾਂ ਡਿਫਰੈਂਟ ਰੱਖਦੇ ਹੋ? ਯੂ ਵਿਲ ਓਬਵੀਅਸਲੀ, ਤੁਹਾਡੇ ਬੱਚੇ ਨੇ ਵੀ ਤੁਹਾਡਾ ਕੰਟੈਂਟ ਦੇਖਣਾ, ਉਹ ਵੀ ਕੈਨੇਡਾ ਦੇ ਵਿੱਚ ਵੱਡਾ ਹੋ ਰਿਹਾ ਹੈ ਨਾ। ਡੂ ਯੂ ਫੀਲ ਐਨੀ ਕਾਈਂਡ ਆਫ ਪ੍ਰੈਸ਼ਰ, ਔਰ ਡੂ ਯੂ ਲਰਨ ਫਰੋਮ ਯੋਰ ਫਾਦਰ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ? I do. My father is an income tax lawyer. Nobody could even begin to imagine that the kind of content I am creating. But the beauty is, Dakar aa raha hai. Sorry. But the beauty is that my father has, instead of stopping me, they have pushed me towards it. They have said, ਮੈਨੂੰ ਯਾਦ ਆ, ਮੈਨੂੰ ਨਹੀਂ ਯਾਦ ਐਕਚੁਅਲੀ ਕਿ ਮੈਂ ਕਿੰਨੇ ਸਾਲ ਦਾ ਸੀਗਾ, ਮੈਨੂੰ ਚੰਡੀਗੜ੍ਹ ਛੱਡ ਕੇ ਆਏ ਸੀ, ਕੀ ਕਹਿੰਦੇ ਨੇ, ਕਿਹੜੀ ਡਿਵੈਲਪਮੈਂਟ, ਪਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਕਰਵਾਇਆ। ਆਈ ਹੈਵ ਵਾਕਡ ਔਨ ਰੈਂਪ ਫॉर FTV, ਬਾਏ ਦ ਵੇ, ਜਿਹੜੇ ਲੋਕ ਕੇ ਚੈਨਲ ਵੇਖਦੇ ਸੀ ਨਾ ਰਾਤ ਵੇਲੇ, FTV, ਮੈਨੂੰ ਯਾਦ ਆ ਉਹਦੀ ਇੱਦਾਂ ਕਰਕੇ ਵੋਇਸ ਓਵਰ ਚੱਲਦਾ ਸੀ। ਸੋ ਮਾਈ ਮਦਰ ਹੈਜ਼ ਬੀਨ, ਸ਼ੀ ਸਟਿਲ ਇਜ਼ ਬਿਗੇਸਟ ਪਿਲਰ ਆਫ ਸਪੋਰਟ। ਮਾਈ ਫਾਦਰ, ਦੇ ਆਰ ਲਾਈਕ, ਬਹੁਤ ਜਿੱਦਾਂ ਪੰਜਾਬੀ ਫੈਮਿਲੀਜ਼ ਵੈਸੇ ਹੁੰਦੀਆਂ ਨੇ, ਟੱਚਵੁੱਡ,
ਬਹੁਤ ਮੋਟੀਵੇਟ ਕਰਨ ਵਾਲੇ, ਹੱਸਣ ਖੇਡਣ ਵਾਲੇ, ਹਾਰਡ ਵੀ ਬਣਾਉਣ ਵਾਲੇ ਪਾਪਾ ਕੋਲੋਂ ਜਿਹੜੀਆਂ ਝਿੜਕਾਂ ਗਾਲਾਂ ਪਈਆਂ ਨੇ। ਆਈ ਲਿਟਰਲੀ ਪੰਜਾਬੀ 'ਚ ਮੈਂ ਲਾਈਨ ਪੜ੍ਹੀ ਸੀ, ਮਾਂ ਪਿਓ ਦੀਆਂ ਗਾਲਾਂ ਹਨ ਦੁੱਧ ਘਿਓ ਦੀਆਂ ਨਾਲਾਂ। ਸੋ ਆਈ ਰੀਅਲੀ ਬਿਲੀਵ ਇਟ। ਐਂਡ ਮੇਰਾ ਇੱਕ ਫਰੈਂਡ ਆ ਸ਼ਿਕਾਗੋ ਰਹਿੰਦਾ, ਆਪਾਂ ਹਮੇਸ਼ਾ ਇਹੀ ਗੱਲ ਕਰਦੇ, ਘਰਦਿਆਂ ਦੀ ਗਾਲਾਂ ਨੇ ਹੀ ਸਾਨੂੰ ਬਣਾਇਆ ਜੋ ਬਣਾਇਆ। ਅਪਾਰਟ ਫਰੋਮ ਆਲ ਦ ਥਿੰਗਸ ਦੈਟ ਆਰ ਐਵਰੀਥਿੰਗ ਅਲਾਈਨਸ ਇਨ ਅ ਵੇ ਕਿ ਤੁਸੀਂ ਇੱਥੇ ਤੱਕ ਪਹੁੰਚੋ। ਬਟ ਕਮਿੰਗ ਬੈਕ ਟੂ ਦੈਟ, ਸੋ ਟੂ ਆਨਸਰ ਯੋਰ ਕੁਐਸਚਨ, ਸੋ ਮੇਰੇ ਮਦਰ ਫਾਦਰ ਨੇ ਮੈਨੂੰ ਸਿਵਾਏ ਪੋਟੀ ਟੱਟੀ ਯੂਜ਼ ਕਰ, ਉਸ ਤੋਂ ਇਲਾਵਾ ਉਹ ਵੀ ਰੋਕਿਆ ਨਹੀਂ ਹੈ। ਦੇ ਵਾਂਟਡ ਟੂ ਡਿਬੇਟ ਔਰ ਆਰਗਿਊ ਇਨ ਅ ਹੈਲਦੀ ਵੇ ਕਿ ਬੇਟਾ तो दूसरे भी। so abhi you might see a shift in my content now. No shame, I used that language to gain numbers. I have gained not a lot of numbers but few numbers, right? Attention. I gained attention. I have gained that attention. Now I am slowly steadily moving away from that. ਬਟ ਇੱਕ ਮੇਰਾ ਕੰਟੈਂਟ ਹੈ ਜਿਸ 'ਚ ਮੈਂ ਇੱਕ ਪੰਜਾਬੀ ਇੰਗਲਿਸ਼ ਸਟਾਈਲ 'ਚ ਬੋਲਦਾ, ਜਿਹੜਾ 2 ਦਿਨ ਕੈਨੇਡਾ ਲੱਗ ਜਾਏ, ਇੰਗਲੈਂਡ ਲੱਗ ਜਾਏ, ਉਹ ਕੈਰੈਕਟਰ ਆਈ ਕੀਪ ਔਨ, ਬਿਕੋਜ਼ ਉਸ ਕੈਰੈਕਟਰ ਦਾ ਵੀ ਨਾਂ ਸੀ, ਕੰਟੈਂਟ ਦਾ ਨਾਂ ਸੀ ਮਿਸਟਰ ਪੋਜ਼ੀਟਿਵ ਕੰਟੈਂਟ ਰੱਖਿਆ। ਸੋ ਇਫ ਮਾਈ ਸਨ, ਸੋ ਫਰਸਟ ਐਂਡ ਫੋਰਮੋਸਟ ਮਾਈ ਮਦਰ ਫਾਦਰ ਦੇ ਆਰ ਇਨ ਫੁੱਲ ਸਪੋਰਟ ਆਫ ਦੈਟ। ਨਾਓ ਸੈਕਿੰਡ ਥਿੰਗ ਇਜ਼, ਇਫ ਮਾਈ ਸਨ ਵਾਚਿਸ ਦ ਵੀਡੀਓ, ਹੀ ਇਜ਼ ਮਾਈ ਸਨ, ਠੀਕ ਹੈ। ਸੋ ਆਪਣੇ ਘਰ 'ਚ ਐਟਮੋਸਫੇਅਰ ਫਰੀ ਰੱਖਿਆ ਹੈ। ਇੱਕ ਇੰਸਟਾਗ੍ਰਾਮ ਦੀ ਰੀਲ ਕਹਿੰਦੀ ਹੈ ਆਪਣੇ ਬੱਚੇ ਸਾਹਮਣੇ ਆ ਨਾ ਕਰੋ, ਇੱਕ ਇੰਸਟਾਗ੍ਰਾਮ ਦੀ ਰੀਲ ਕਹਿੰਦੀ ਹੈ ਆਪਣੇ ਬੱਚੇ ਸਾਹਮਣੇ ਆ ਕਰੋ, ਇੱਕ ਸਾਈਕੋਲੋਜਿਸਟ ਕਹਿੰਦਾ ਆ ਨਹੀਂ ਕਰਨਾ ਚਾਹੀਦਾ, ਇੱਕ ਆ ਕਰਨਾ ਚਾਹੀਦਾ। ਆਈ ਡੋਂਟ ਨੋ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੋਂਗ, ਠੀਕ ਹੈ। ਸੋ ਮਾਈ ਸਨ ਇਵੈਂਚੁਅਲੀ ਵਿਲ ਚੂਜ਼ ਟੂ ਡੂ what he thinks is right and wrong. So I have chosen what I think is right and wrong. And if he looks at my videos and only watches the words ਜਿਹੜੇ ਥੋੜ੍ਹੇ ਜਿਹੇ ਇੱਧਰ ਉੱਧਰ ਨੇ, ਜੇ ਉਹ ਸਿਰਫ ਉਹ ਵਰਡਸ ਦੇਖੇਗਾ, so that means I have kind of somehow failed. But ਜੇ ਉਹ ਜਿਸਟ ਪੜ੍ਹੇਗਾ, my every video is something, majorly every video is something positive. So even if ਮੈਂ ਅੱਜ ਮੈਂ ਗੱਡੀ ਦੀ ਵੀਡੀਓ ਬਣਾਈ ਹੈ ਕਿ ਗੱਡੀ ਲੈਣ ਲਈ ਵੀ ਗੱਡੀ ਚਾਹੀਦੀ ਹੈ, ਕਿਉਂਕਿ ਗੱਡੀ ਵੇਖਣ ਜਾਓਗੇ ਤਾਂ ਗੱਡੀ ਲੈ ਕੇ ਜਾਓਗੇ, ਬਿਨਾਂ ਗੱਡੀ ਦੇ ਜਾਓਗੇ ਤਾਂ ਕਿੱਥੇ ਜਾਓਗੇ। ਸੋ ਬਟ ਦੈਨ ਇਨ ਦੀ ਐਂਡ ਆਈ ਐਮ ਸੇਇੰਗ ਬਟ ਦਿਸ ਇਜ਼ ਅ ਪ੍ਰੋਸੈਸ। ਦ ਸਟੋਰੀ ਇਜ਼ ਕਿ ਯੂ ਨੋ eventually when you have the car and you and I are sitting, I will laugh about it that you know ਮੈਂ ਸਵੇਰੇ ਗਿਆ, ਖਾਧਾ ਕੁਛ ਨਹੀਂ ਹੋਇਆ ਸੀਗਾ, ਕਦੀ ਕਿਸੇ ਨੇ ਇੰਟਰਸਟ ਦੱਸਤਾ ਇੰਨਾ ਆ, ਕਿਸੇ ਨੇ ਕਿਹਾ ਇੰਸ਼ੋਰੈਂਸ ਇੰਨੀ ਆ, ਅਤੇ ਦਿਸ ਇਜ਼ all going to be a part of your story. So just live it and enjoy. So ਗੁੱਸਾ ਵੀ ਆਉਂਦਾ, ਪ੍ਰੋਬਲਮ ਵੀ ਹੁੰਦੀ ਆ, ਸਭ ਕੁਛ ਹੁੰਦਾ, ਹਿਊਮਨ ਆ, ਇਮੋਸ਼ਨ ਸੇਮ ਹੀ ਹੁੰਦੇ ਆ, ਬਟ ਹਾਊ ਡੂ ਆਈ ਡੀਲ ਵਿਦ ਇਟ, that has to be different. I have seen successful people, how are they successful and we are not, or someone else is not? Because a successful person, when they face a problem, ਸ਼ੇਰ ਆ ਜਾਏਗਾ ਤੁਹਾਡੇ ਸਾਹਮਣੇ, ਉਹ ਤੁਸੀਂ ਕੀ ਕਹੋਗੇ, ਹਾਏ ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਕੀ ਕਰਾਂ, ਜਾਂ ਭੱਜੋਗੇ? The solution is ਭੱਜੋਗੇ, ਜਾਂ muster up the courage to fight that tiger or whatever is in front. So choose. ਬੜਾ ਵਧੀਆ ਭੱਜ ਰਹੇ ਹੋ ਐਂਡ ਬੜੀ ਵਧੀਆ ਰੇਸ ਦੇ ਵਿੱਚ ਵੀ ਹੋ। ਹੈ ਤੁਹਾਡੇ ਕੰਟੈਂਟ ਦੇ ਵਿੱਚ ਯੂ ਟਾਕਿੰਗ ਜੌਬਸ, ਯੂ ਟਾਕਿੰਗ ਕੈਨੇਡਾ, ਕੰਮ ਦੇ ਲਈ ਡਿਸਕਰੇਜ ਹੋਣਾ। ਅੱਜ ਕੱਲ੍ਹ ਕੈਨੇਡਾ ਦੇ ਹਾਲਾਤ ਵੀ ਇੱਦਾਂ ਦੇ ਹੈ ਕਿ ਯਾਰ ਕੰਮ ਨਹੀਂ ਲੱਭ ਰਿਹਾ। ਯੂ ਚੂਜ਼ ਸੈਲਫ ਇੰਪਲੋਇਡ, ਆਪਣਾ ਕੰਮ ਕੀਤਾ, ਆ ਕੇ ਇਸਟੈਬਲਿਸ਼ ਕੀਤਾ, ਸਟਿਲ ਕਰ ਰਹੇ ਹੋ, ਸਾਲ ਹੋਣ ਲੱਗਿਆ ਤੁਹਾਨੂੰ ਆਪਣੇ ਆਪ ਨੂੰ ਇਸਟੈਬਲਿਸ਼ ਕਰਦੇ। ਆਪਣਾ ਕੰਮ ਕਰਦੇ ਵੀ ਜੋਬ ਦੀ ਇੰਨੀ ਨੌਲੇਜ ਕਿੱਥੋਂ ਆਈ, ਇੰਨਾ ਕੈਨੇਡਾ ਕਿੱਥੋਂ ਦੇਖ ਲਿਆ, ਕਿੱਦਾਂ ਪਤਾ ਲੱਗਿਆ ਤੁਹਾਨੂੰ? ਹਾਊ ਯੂ ਫੀਲ ਦੈਟ ਜੋਬਲੈਸ ਇਸ਼ੂ ਵੈਨ ਯੂ ਆਰ ਸੈਲਫ ਇੰਪਲੋਇਡ? ਬਿਕੋਜ਼ ਮੇਰੀ ਇੱਕ ਆਦਤ ਆ, ਜਿਹੜੇ ਮੇਰੇ ਆਲੇ ਦੁਆਲੇ ਦੇ ਲੋਕ ਕਦੇ ਹੀ ਕਹਿੰਦੇ ਭਾਈ ਚੁੱਪ ਕਰ ਜਿਆ ਕਰ, ਕਿਸੇ ਨੂੰ ਵੀ ਮਿਲਿਆ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। इफ़ यू सीन माई वीडियोज़ एवरी 4th और 5th वीडियो, आज मेरी मुलाकात इनसे हुई और उन्होंने मुझे ये बताया, तो आई कीप ऑन आस्किंग क्वेश्चंस टू पीपल. आई एम अ वेरी इंक्विजिटिव पर्सन. ਮੇਰੀ ਵਾਈਫ ਜਦੋਂ ਵੀ ਮੈਨੂੰ ਕੋਈ ਚੁੱਲ ਉੱਠਦੀ ਹੈ ਨਾ, ਮੈਨੂੰ ਹਮੇਸ਼ਾ ਕਹਿੰਦੀ ਬ੍ਰਿਜ ਕੀ ਉਸ ਪਾਰ ਜਾਣਾ ਤੁਮੇ। ਮੈਂ ਆਈ ਵਾਜ਼ ਫਿਨਲੈਂਡ ਸੀਗੇ, ਸਾਡੀ ਕਰੂਜ਼ ਵਾਲੀ ਮਿਨੀ ਕਰੂਜ਼ ਸੀਗੀ, ਕਿਹੜਾ ਉੱਥੇ ਆਈ ਐਮ ਫੋਰਗੈਟਿੰਗ ਕਿਹੜੀ ਸੀਗੀ,
ਸੋ ਉਹ ਨਿਕਲਣ ਵਾਲੀ ਸੀਗੀ, ਇੱਕ ਬ੍ਰਿਜ ਸੀਗਾ, ਉਹਦੇ ਦੂਜੇ ਬੰਨੇ ਕੁਛ बड़ा ब्यूटीफुल जहा लग रहा है मैनू। मैं कहा अमृत माई वाइफ, मैं कहा मेरे को वो देख के आना वहाँ पे क्या है। कहती नहीं लेट हो जाएंगे, क्योंकि लंबा ब्रिज सीगा। मैं कहा नहीं यार, कहती है मेरे को पानी लाना है, यहीं पे रहना, कहीं जाना मत। ठीक है, वो पानी लेने के लिए अंदर गई, मैं भज्जा सुपर स्पीड नाल, बिकॉज आई हैड टू गो देयर एंड सी कि की है। हाँ जी। सो आई वेंट देयर, आई सॉ, ओ वाओ, आई केम बैक, साओ सही होया पिया, ਉਹ ਹਾਲੇ ਬਾਹਰ ਆ ਹੀ ਰਹੀ ਸੀ। ਸੋ ਮੇਰਾ ਸਾਹ ਵੇਖ ਕੇ ਕਹਿੰਦੀ ਹੋ ਆਏ ਹੋ? ਮੈਂ ਕਿਹਾ ਉਸ ਤੋਂ ਬਾਅਦ ਤੋਂ ਹਾਲੇ ਵੀ ਕਹਿੰਦੀ ਹੈ ਕਿ ਜਦੋਂ ਵੀ ਮੈਂ ਐਕਸਟਰਾ ਇਨਕੁਇਜ਼ਿਟਿਵ ਹੁੰਨਾ ਹੈ ਕਿ ਬ੍ਰਿਜ ਕੇ ਉਸ ਪਾਰ ਤੋਂ ਆਪਕੋ ਜਾਣਾ ਹੀ। ਸੋ ਆਈ ਵਾਂਟ ਟੂ ਨੋ everyone's stories, because life is really short to live all those stories. So and that enriches my content, that gives me that empowers me in a way कि अच्छा ये चल रहा है। And I tell them also, we are doing a reality show called Job Ki Jang, wherein we are actually, मेरा एक विजन भी है, नहीं मैं बड़े ਵੱਡੇ ਥਾਟ ਸੋਚੇ ਹੋਏ ਆ, ਆਈ ਹੋਪ ਮੈਂ ਕਰ ਸਕਾਂ। ਸੋ ਉਹਦੇ ਵਿੱਚ ਕਿਸੇ ਨਾਲ ਗੱਲ ਕਰਨ ਦੀ ਉਹ ਨਹੀਂ ਹੋ ਪਾਇਆ, ਮੌਕਾ ਨਹੀਂ ਲੱਗ ਪਾਇਆ। ਲੇਕਿਨ ਜਦੋਂ ਡੇ ਐਂਡ ਹੋ ਰਿਹਾ ਸੀਗਾ, ਇੱਕ ਬੰਦਾ ਆਇਆ, ਰਿਜੈਕਟ ਹੋ ਗਿਆ। ਅੱਛਾ। ਤੇ ਬੈਠਾ ਹੋਇਆ, ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਕੀ ਹੋਣਾ, ਰਿਜੈਕਟ ਕਰਤਾ, ਪਤਾ ਨਹੀਂ ਕੀ ਲੱਭਦੇ ਆ। ਮੈਂ ਕਿਹਾ ਫਿਰ what happened? So he said ਕਿ ਮੈਂ saw his interview. Okay. I said यार तेरे मुँह जवान, तू बोल ही इतना नहीं सी, हाँ जी वो। मैं कहा why would they hire you? ਹੌਸਪਿਟੈਲਿਟੀ ਦੀ ਜੋਬ ਹੈ ਜਾਂ ਜਿਹੜੀ ਵੀ ਜੋਬ ਆ, ਰਾਈਟ? ਯੂ ਤੁਹਾਡੀ ਆਵਾਜ਼ ਦੇ ਵਿੱਚ ਥੋੜ੍ਹੀ ਅਥੋਰੀਟੇਟਿਵ, ਨਾਓ ਦੈਟ ਇਜ਼ ਨਾਟ ਦ ਪ੍ਰੋਬਲਮ ਕਿ because you are learning, your personality will develop and you eventually will become someone who's the CEO of a company or running his own company. But thinking ਕਿ ਉਹ ਕੀ ਲੱਭਦੇ ਸੀਗੇ and ਦੇਖਣਾ ਹੀ ਨਹੀਂ ਕਿ ਮੇਰੇ 'ਚ ਕੀ ਕਮੀ ਹੈ, that's a very big problem. And ਕੈਨੇਡਾ ਨਹੀਂ ਯਾਰ, ਐਵਰੀਵੇਅਰ। ਮੈਂ ਅੱਜ ਗੱਲ ਕਰ ਰਿਹਾ, ਤੁਹਾਨੂੰ ਨਹੀਂ ਪਤਾ ਮੇਰੀ ਲਾਈਫ ਦੇ ਵਿੱਚ ਹਾਲੇ ਕਿੰਨੀਆਂ ਸਟਰਗਲਸ, ਕਿੰਨੀਆਂ ਪ੍ਰੋਬਲਮਸ ਚੱਲ ਰਹੀਆਂ। ਆਈ ਐਮ ਟਰਾਈਂਗ ਟੂ ਡੂ ਅ ਹਰਕਿਊਲੀਅਨ ਟਾਸਕ, ਕ੍ਰੀਏਟਿੰਗ ਹਿੰਦੀ ਰਿਐਲਿਟੀ ਚੈਨਲ ਇਨ ਕੈਨੇਡਾ, ਕਾਫੀ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਬਟ ਵੀ ਫੇਸ ਦਿਸ ਐਵਰੀ ਡੇ, ਐਵਰੀ ਮੂਮੈਂਟ ਆਫ ਆਰ ਲਾਈਫਸ। ਕਦੀ ਤਾਂ ਨੀਂਦਰ ਨਾਲ ਵੀ ਸਟਰਗਲ ਕਰਨੀ ਪੈਂਦੀ ਹੈ, ਰਾਈਟ? ਬਹੁਤ ਕੁਛ ਹੁੰਦਾ। ਬਟ ਅਗੇਨ ਯਾਰ, this is going to happen. How do you pick yourself up and tell yourself that okay, you cannot control, I cannot control this light, I cannot control the mic, I cannot control anything, because mic ਦਾ ਕੰਟਰੋਲ ਉਹਨਾਂ ਦੇ ਹੱਥ 'ਚ, ਮੇਰੇ ਹੱਥ 'ਚ ਸਿਰਫ ਆਇਆ ਹੈ ਕਿ ਜੇ ਕੋਈ ਪ੍ਰੋਬਲਮ ਆ ਗਈ, how do I tackle myself? that's the thing. ਅੱਛਾ, ਲਰਨਿੰਗ ਫਰੋਮ ਸਮਬਡੀ ਐਲਸਿਸ ਪ੍ਰੋਬਲਮ, ਤੁਸੀਂ ਕਮਿਊਨੀਕੇਟ ਕਰਦੇ ਹੋ, ਲਰਨ ਕਰਦੇ ਹੋ, ਸਿੱਖਦੇ ਹੋ। ਸਾਡੇ ਆਪਣੇ ਲੋਕਾਂ ਦੇ ਵਿੱਚ ਇਹ ਕਿਉਂ ਹੈ? ਅਸੀਂ ਆਪ ਗਲਤੀ ਕਰਕੇ ਹੀ, ਠੋਕਰ ਖਾ ਕੇ ਹੀ ਅੱਜ ਵੀ ਕਿਉਂ ਸਿੱਖਦੇ ਹਾਂ? ਅਸੀਂ ਦੂਜੇ ਦੀ ਗਲਤੀਆਂ ਤੋਂ ਤੁਹਾਡੇ ਦੀ ਤਰ੍ਹਾਂ ਕਿਉਂ ਨਹੀਂ ਸਿੱਖਦੇ? ਯੂ ਹੈਵ ਮੀਨਿੰਗਫੁਲ ਕੰਟੈਂਟ ਐਂਡ ਦ ਬਿਊਟੀਫੁਲ ਥਿੰਗ ਯੂ ਸੈਡ ਕਿ ਤੁਸੀਂ ਦੂਸਰਿਆਂ ਨੂੰ ਦੇਖ ਕੇ ਐਟਲੀਸਟ ਯੂ ਆਰ ਟੀਚਿੰਗ ਐਵਰੀਬਡੀ ਐਂਡ ਯੂ ਆਰ ਡੂਇੰਗ ਅ ਗ੍ਰੇਟ ਜੋਬ। ਸਾਡੀ ਕਮਿਊਨਿਟੀ ਦੇ ਵਿੱਚ, ਕਮਿਊਨਿਟੀ ਆਈ ਡੋਂਟ ਨੋ ਵਰਡ ਯੂਜ਼ ਕਰਨਾ ਸਹੀ ਹੈ ਜਾਂ ਨਹੀਂ, ਬਟ ਆਈ ਵਿਲ ਸੇ ਕਿ ਆਪਣੇ ਲੋਕਾਂ 'ਚ ਕਿਉਂ ਠੋਕਰ ਖਾ ਕੇ ਹੀ ਸਿੱਖਦੇ ਹੈ? ਕਿਉਂ ਦੂਜੇ ਦੀ ਠੋਕਰ ਤੋਂ ਖਾ ਕੇ ਇਹ ਨਹੀਂ ਸਮਝਦੇ ਕਿ ਗਲਤ ਹੈ ਜਾਂ ਸਹੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਵੀ ਹਾਲੇ ਵੀ ਅੱਜ ਵੀ ਠੋਕਰ ਆਪ ਵੀ ਖਾਨਾ ਹੀ ਹੈ। ਬੜੀ ਵਾਰ ਨਾ ਸਰਕਮਸਟੈਂਸ਼ੀਅਲ ਹੁੰਦਾ। ਆਰ ਕਮਿਊਨਿਟੀ ਇਜ਼ ਅਮੇਜ਼ਿੰਗ। ਦ ਪੀਪਲ ਜਿਹੜੇ ਇੱਥੋਂ ਪੀਪਲਾਂ ਨੇ ਪਹਿਲਾਂ ਤੋਂ ਜਿਹੜਾ ਆ ਕੇ ਇੱਥੇ ਕੰਮ ਕੀਤਾ, ਕਮਾਲ ਕੀਤਾ ਹੋਇਆ, ਰਾਈਟ? ਸੋ ਸਾਡੀ ਹੀ ਕਮਿਊਨਿਟੀ ਦੇ ਹੀ ਲੋਕਾਂ ਤੋਂ ਮੈਂ ਸਿੱਖਿਆ ਕਿ ਉਹਨਾਂ ਨੇ ਮੈਨੂੰ ਆ ਸਿਖਾਇਆ ਕਿ ਲੋਕਾਂ ਕੋਲੋਂ ਸਿੱਖਣਾ ਚਾਹੀਦਾ, ਬਿਕੋਜ਼ ਲਾਈਫ ਇਜ਼ ਰੀਲੀ ਸ਼ਾਰਟ। ਸੋ ਬਟ ਇਟ ਇਜ਼ ਏਜ ਜਿਹੜੀ ਹੈ ਨਾ, ਦੈਟ ਵਿਲ ਟੀਚ ਪੀਪਲ। ਨਾਓ ਇਫ ਆਈ ਐਮ ਟਾਕਿੰਗ ਅਬਾਊਟ ਸਟੂਡੈਂਟਸ ਨੂੰ ਸਟੂਡੈਂਟਸ ਕਿਹਾ ਹੀ ਇਸ ਕਰਕੇ ਜਾਂਦਾ ਕਿਉਂਕਿ ਦੇ ਆਰ ਸਟੂਡੈਂਟਸ, ਦੇ ਆਰ ਲਰਨਿੰਗ ਫਰੋਮ ਲਾਈਫ, ਦੇ ਆਰ ਲਰਨਿੰਗ ਫਰੋਮ ਟੀਚਰਸ, ਦੇ ਆਰ ਲਰਨਿੰਗ ਫਰੋਮ ਐਵਰੀਥਿੰਗ। ਸੋ ਵੀ ਕੈਨ ਨਾਟ ਐਕਸਪੈਕਟ ਕਿ ਉਹ ਲਰਨਡ ਹੀ ਆਉਣਗੇ, ਰਾਈਟ? ਸੋ ਇਸੇ ਕਰਕੇ ਉਹ ਠੋਕਰ ਵੀ ਖਾਂਦੇ ਆ। ਫਿਰ ਨਾਓ ਦ ਥਿੰਗ ਇਜ਼ ਕਿ ਹੁਣ ਮੇਰੀ ਉਹ ਏਜ ਆ ਗਈ ਹੈ ਕਿ ਜੇ ਮੈਂ ਠੋਕਰ ਖਾਨਾ ਹੈ ਅਤੇ ਮੈਨੂੰ ਆ ਕੇ ਕੋਈ ਕਹਿੰਦਾ ਯਾਰ ਆ ਤਾਂ ਚੀਜ਼ ਹੀ ਮਾੜੀ ਹੈ, ਤੂੰ ਗਲਤ ਕੰਮ 'ਚ ਪੈ ਗਿਆ, ਤੇਰਾ ਤਾਂ ਇਹ ਹੈ ਉਹ ਹੈ। ਮੈਂ ਕਹਿੰਦਾ ਨਹੀਂ ਯਾਰ, ਚੀਜ਼ ਮਾੜੀ ਨਹੀਂ ਆ, ਪ੍ਰੋਬਲਮ ਮੇਰੇ 'ਚ ਹੋ ਸਕਦਾ ਹੋਏ। ਪਰ ਜਦੋਂ ਕੋਈ ਸਟੂਡੈਂਟ ਦੇ ਨਾਲ ਪ੍ਰੋਬਲਮ ਹੁੰਦੀ ਹੈ, ਪਹਿਲਾਂ ਤਾਂ 36
ਇਨਫਲੂਐਂਸਰ ਆ ਜਾਂਦੇ ਨੇ, ਦੇ ਆਰ ਨਾਟ ਰੋਂਗ ਵਟ ਦੇ ਆਰ ਸੇਇੰਗ, ਆਪਣੇ ਐਕਸਪੀਰੀਅੰਸਿਸ ਦੱਸ ਰਹੇ ਆ, ਬਟ ਉਹ ਇਨਫਲੂਐਂਸ ਕਰਦੇ ਆ ਬਿਕੋਜ਼ ਦੇ ਆਰ ਕਾਲਡ ਇਨਫਲੂਐਂਸਰਸ। ਸੋ ਉਹ ਉਹਨਾਂ ਨੂੰ ਲੈਟ ਡਾਊਨ ਕਰਦਾ। ਫਿਰ ਆਲੇ ਦੁਆਲੇ ਦਾ ਬੰਦਾ ਕਹਿੰਦਾ ਨਹੀਂ ਜੀ ਬੇੜਾ ਗਰਕਿਆ ਪਿਆ। ਦੇ ਡੋਂਟ ਕੁਐਸਚਨ ਕਿਉਂ ਬੇੜਾ ਗਰਕਿਆ ਪਿਆ। ਮੈਨੂੰ ਅੱਜ ਤੁਸੀਂ ਕਹਿ ਦਿਓ ਕਿ ਜੀ ਆਹ ਤਾਂ ਬੜਾ ਮਾੜਾ ਹੈ, ਆਈ ਵਿਲ ਕੁਐਸਚਨ, ਇੰਨਾ ਕੁਐਸਚਨ ਕਰਾਂਗਾ ਕਿ ਜਾਂ ਤਾਂ ਤੁਸੀਂ ਸਹੀ ਪ੍ਰੂਵ ਹੋ ਜਾਓਗੇ ਕਿ ਹਾਂ ਮਾੜਾ ਹੈ, ਜਾਂ ਤੁਸੀਂ ਕਹੋਗੇ ਨਹੀਂ ਯਾਰ ਇੰਨਾ ਮਾੜਾ ਸੀਗਾ ਨਹੀਂ। ਇਟਸ ਐਗਜ਼ੈਕਟਲੀ ਲਾਈਕ ਤੁਸੀਂ, ਯੂ ਆਰ ਆਲਸੋ ਮੈਰਿਡ, ਤੁਹਾਡੀ ਲੜਾਈ ਹੁੰਦੀ ਹੈ, ਠੀਕ ਹੈ, ਲੜਾਈ ਕਿੱਥੋਂ ਦੀ ਕਿੱਥੇ ਚਲ ਜਾਂਦੀ ਹੈ, ਐਂਡ ਇਫ ਯੂ ਗੋ ਬੈਕ ਟਰਾਈ ਟੂ ਥਿੰਕ ਕਿ ਹੋਈ ਕਿਉਂ ਸੀਗੀ, ਤੁਹਾਨੂੰ ਸ਼ਾਇਦ ਯਾਦ ਵੀ ਨਾ ਹੋਏ। ਅਸੀਂ ਮਾੜਾ 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 ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂ ਕਹਿ ਰਹੇ ਹਾਂ ਯਾਦ ਵੀ ਨਹੀਂ ਹੈ। ਬੱਸਿਸ ਦੀ ਆਈਲ ਗਿਵ ਯੂ ਅ ਸਮੋਲ ਐਗਜ਼ਾਮਪਲ, ਬੱਸਿਸ ਜਿਹੜੀਆਂ ਨੇ ਇੱਥੇ ਮਿਸ ਹੋ ਜਾਣਗੀਆਂ ਜਾਂ ਤੁਹਾਨੂੰ ਚੱਕ ਕੇ ਨਹੀਂ ਲੈ ਕੇ ਜਾਣਗੀਆਂ, ਸੋ ਇਜ਼ ਦੈਟ ਐਕਚੁਅਲੀ ਅ ਪ੍ਰੋਬਲਮ? ਭਾਂਡੇ ਆਪ ਮਾਂਜੇ ਮੈਨੇ, ਇਜ਼ ਦੈਟ ਐਕਚੁਅਲੀ ਦ ਪ੍ਰੋਬਲਮ? ਇਜ਼ ਯੂ ਨੋ ਲਾਈਫ ਨੂੰ ਵਾਈਡਰ ਲੈਂਸ ਤੋਂ ਜਦੋਂ ਵੇਖਦੇ ਆ ਨਾ ਤੇ ਸਮਝ ਆਉਂਦੀ ਹੈ ਪ੍ਰੋਬਲਮ ਆਉਣੀ ਹੈ। ਪ੍ਰੋਬਲਮ ਆਇਆ ਕਿ ਜੇ ਰੱਬ ਨਾ ਕਰੇ ਮੈਨੂੰ ਕੋਈ ਬਿਮਾਰੀ ਲੱਗ ਗਈ, ਦੈਟ ਇਜ਼ ਦ ਪ੍ਰੋਬਲਮ, ਜਾਂ ਮੇਰੇ ਕਿਸੇ ਲਵਡ ਵਨ ਨੂੰ ਕੋਈ ਬਿਮਾਰੀ ਲੱਗ ਗਈ, ਦੈਟ ਇਜ਼ ਦ ਪ੍ਰੋਬਲਮ, ਬਿਕੋਜ਼ ਯੂ ਡੋਂਟ ਹੈਵ ਐਨੀ ਕੰਟਰੋਲ ਓਵਰ ਦੈਟ। ਦੈਟ ਇਜ਼ ਦ ਐਕਚੁਅਲ ਪ੍ਰੋਬਲਮ। ਅੱਛਾ, ਇੰਨੀ ਡਿਸਕਰੇਜਮੈਂਟ ਜਦੋਂ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਲੈਟ ਮੀ ਸਪੀਕ ਇਜ਼ ਆਲਸੋ ਅਬਾਊਟ ਕਿ ਟਾਕਿੰਗ ਦੀ ਸਕੋਪ ਆਫ ਕੈਨੇਡਾ। ਸਟਿਲ ਕੈਨੇਡੀਅਨਸ ਜਾਂ ਜਿਹੜੇ ਲੋਕ ਇੱਥੇ ਨੇ ਸਰਵਾਈਵ ਕਰ ਰਹੇ ਨੇ, ਬੜਾ ਵਧੀਆ ਕਰ ਰਹੇ ਹੈ। ਵਾਈ ਸੋਸ਼ਲ ਮੀਡੀਆ ਔਰ ਵਾਈ ਦੀ ਇਨਫਲੂਐਂਸਰਸ, ਵਾਈ ਅਦਰ ਪੀਪਲ ਆਰ ਨਾਟ ਟਾਕਿੰਗ ਅਬਾਊਟ ਦੀ ਗੁੱਡ ਸਾਈਡ? ਬਿਕਾਜ਼ ਤੁਸੀਂ ਹਮੇਸ਼ਾ ਚੰਗੇ ਹੋਣ ਦੀ ਗੱਲ ਕੀਤੀ ਹੈ, ਕਿੱਦਾਂ ਹੋ ਸਕਦੇ ਹੋ। ਵਾਈ ਦੇ ਆਰ ਨਾਟ ਟਾਕਿੰਗ ਅਬਾਊਟ ਦੀ ਗੁੱਡ ਸਾਈਡ ਆਫ ਕੈਨੇਡਾ ਐਂਡ ਵਟ ਸਕੋਪ ਯੂ ਸੀ ਇਨ ਕੈਨੇਡਾ, ਸਟਿਲ ਇਨ ਕੈਨੇਡਾ? ਕਿਉਂਕਿ ਲੋਕਾਂ ਨੂੰ ਲੱਗਦਾ ਕੈਨੇਡਾ 'ਚ ਹੁਣ ਕੋਈ ਸਕੋਪ ਨਹੀਂ ਹੈ। ਮੈਂ ਨਹੀਂ ਕਹਾਂਗਾ, ਜਿਹੜੇ ਇਨਫਲੂਐਂਸਰਸ ਉਹ ਕੰਟੈਂਟ ਬਣਾ ਰਹੇ ਨੇ ਉਹਨਾਂ ਦੇ ਨਾਲ ਕੁਝ ਚੀਜ਼ਾਂ ਹੁੰਦੀਆਂ ਨੇ ਅਤੇ ਉਹ ਉਹਨੂੰ ਐਜ਼ ਇਟ ਇਜ਼ ਸ਼ੇਅਰ ਕਰਦੇ ਹਨ। ਅਤੇ ਕਦੇ ਕਦਾਈ ਯੂ ਨੋ ਵੈਨ ਯੂ ਆਰ ਇਨ ਫਰੰਟ ਆਫ ਕੈਮਰਾ ਆਪਣੇ ਇਮੋਸ਼ਨਸ ਐਗਜ਼ੈਜਰੇਟਿਡ ਵੀ ਨਿਕਲ ਆਉਂਦੇ ਨੇ ਔਰ ਸਹੀ ਵੀ ਨਿਕਲ ਆਉਂਦੇ ਨੇ। ਟੈਕਸਿਸ ਹੈਗੇ ਆ, ਦੈਟਸ ਅ ਪ੍ਰੋਬਲਮ। ਜੋਬਸ ਦੀ ਪ੍ਰੋਬਲਮ ਹੈਗੀ ਹੈ, ਦੈਟਸ ਅ ਪ੍ਰੋਬਲਮ। ਬਟ जॉब्स की प्रॉब्लम हर थां रहनी है, पॉपुलेशन बढ़ रही है। एक वीडियो मैं भी बनाई सी कि मैं कहा अगर आपको ऐसा लग रहा है कि भाई यहाँ प्रॉब्लम नहीं है तो वहाँ चले जाओ। जब आप 2 साल के बाद वहाँ पे भी प्रॉब्लम आएगी, जहाँ जहाँ लोग बढ़ने शुरू होंगे वहाँ पे प्रॉब्लम आएगी। that's the ultimate fact, population. So while you and I are also talking, right, दुनिया ਦੇ ਹਸਪਤਾਲਾਂ ਦੇ ਵਿੱਚ ਬੱਚੇ ਅਣਗਿਣਤ ਪੈਦਾ ਹੋ ਰਹੇ ਆ। who are they? future competition for our babies, right? ਸੋ ਉਹ ਤਾਂ ਹੋਣਾ ਹੀ ਹੋਣਾ, ਹਰ ਥਾਂ 'ਤੇ ਹੋਣਾ ਹੀ ਹੋਣਾ। ਸੋ ਕਮਿੰਗ ਬੈਕ ਟੂ ਵਟ ਯੂ ਵਰ ਸੇਇੰਗ ਕਿ ਇਨਫਲੂਐਂਸਸ, ਇਹ ਨੈਗੇਟਿਵਿਟੀ ਥੋੜ੍ਹੀ ਸ਼ੇਅਰੇਬਿਲਟੀ ਜ਼ਿਆਦਾ ਹੈ, ਠੀਕ ਹੈ। ਬੀ ਐਕਚੁਅਲ 'ਚ ਹੈਗੀਆਂ ਵੀ ਨੇ ਪ੍ਰੋਬਲਮਸ। ਸੀ ਨਾਓ ਦੇ ਚੂਜ਼ ਟੂ टॉक अबाउट दोज प्रॉब्लम्स। आई ऑल्सो फेस दोज प्रॉब्लम्स। ऐसा नहीं है कि मेरे को वो प्रॉब्लम्स नहीं होती हैं। ऐसा नहीं है कि मैं अगर किसी जगह से एक बेड उठा के लेके आया हूँ तो उसको बनाने में मेरी जान नहीं निकली है, बट आई ट्राई टू मेक दैट प्रोसेस इंजॉयबल फॉर मी। अदरवाइज पैसे पुट्टो तो बंदा बुला के तो वो कोलों वो करा दो। नाउ टॉकिंग अबाउट द स्कोप इन कैनेडा, फर्स्ट एंड foremost let's look at this thing this way, that why did you come to Canada? किसी ने भी कनपट्टी पे बंदूक रख के ये नहीं कहा था कि आप कनाडा जाओ, आपने चूज़ किया। ये इन्फ्लुएंसर्स नेगेटिविटी जब आप इंडिया में थे तब भी बोल रहे थे, अब भी बोल रहे हैं। अब आपको इनकी नेगेटिविटी रियल लग रही है, इंडिया में आपको नहीं लग रही थी, तो आपने चूज़ किया है क्योंकि आप कहीं ना कहीं ये सोचते थे वहाँ जाके मैं अपनी लाइफ को ब्यूटिफाई कर लूँगा, राइट। नाउ यहाँ पे आए हो, रियलिटी डॉन्ड अपॉन यू एंड यू सॉ के यार नहीं यार ये तो सीरियसली डिफ़िकल्ट है। तो नाउ यू आर सेइंग कि यू विल गो बैक। आई एम सेइंग यू गो बैक, बट अब आ गए हो तो हेड से टो तक अपने एक एक यू नो पोर्शन से, नर्व सेल से जान लगा के कोशिश तो करो, इज़ व्हाट आई से। स्कोप एक ऐसी सब्जेक्ट जिससे हम भागते थे वो थी मैथ्स। कनाडा या दुनिया के कोई भी कोने में अगर आपको मैथ्स आ गई ना, ये जॉब के लिए नहीं कह रहा, अपनी लाइफ की कह रहा हूँ, कैलकुलेशंस आ गई ना, इत्थे ही लोगों ने महल पाए दे आ, गड्डियां ते गड्डियां पाइयां हुई, वॉट नॉट दे आर डूइंग। तो इत्थे ही ਜਿਹੜੇ ਲੋਕੀ ਹਾਲੇ ਆਏ ਨੇ ਜਾਂ ਜੋ ਸਟਰਗਲ ਕਰ ਰਹੇ ਨੇ ਕਾਫੀ ਸਾਲਾਂ ਤੋਂ, ਉਹ ਸਟਰਗਲ ਕਰ ਰਹੇ ਨੇ,
same is in Bombay, same is in Delhi, same is in India, Amritsar, same is in elsewhere in the world. ठीक है, you go to even Russia, even the people in the Russia also, you know, disparity रहेगी. Right. So we have to not run away from a country or a city or a situation or a मौका. We have to sit down, relax. कि ਉਹਨਾਂ ਨੇ ਕੀ ਸਹੀ ਕੀਤਾ, True. ਮੈਂ ਕੀ ਗਲਤ ਕਰ ਰਹੇ ਹਾਂ. That's it. ਸਾਲ ਹੋ ਗਿਆ ਏ, ਹੁਣ ਲੋਕਾਂ ਨੇ ਇਹ ਕਹਿਣਾ ਛੱਡਤਾ, ਤੁਸੀਂ ਕੀ ਕਰਨ ਆਏ ਹੋ? ਨਹੀਂ ਕਹਿੰਦੇ ਨੇ ਤੇ ਉਹ ਕੰਟੈਂਟ ਆ ਮੇਰਾ. ਤੁਸੀਂ ਵੀ ਤੇ ਉਹਨੇ ਕਿਹਾ ਸੀਗਾ ਬੰਬੇ ਦੇ ਨਾ ਕਿ ਕਰਨ ਤੁਸੀਂ ਕੀ ਕਰਨ ਆਏ ਹੋ ਇੱਥੇ, ਕਿਉਂਕਿ ਇਹ ਸਾਡੇ ਨਾਲ ਜੁੜ ਗਿਆ ਹੁਣ. ਮੈਨੂੰ ਲੱਗਦਾ ਹੈ ਕਿ ਬੰਦਾ ਸੋਚਦਾ ਹੈ ਕਿ ਜਦੋਂ ਤੁਸੀਂ ਪਿੱਛੇ ਸੈਟਲਡ ਹੋ, ਈਵਨ ਆਈ ਹੈਵ ਹਰਡ ਦਿਸ ਸਿਚੁਏਸ਼ਨ ਅਲੋਟ ਐਂਡ ਦਿਸ ਥਿੰਗ ਅਲੋਟ, ਜਦੋਂ ਪੀਆਰ ਹੋ ਜਾਏਗੀ ਵਾਪਸ ਚਲ ਜਾਵਾਂਗੇ. ਵਾਈ ਦੇ ਆਰ ਵੇਟਿੰਗ ਟੂ ਗੈਟ ਦ ਪੀਆਰ ਟੂ ਗੋ ਬੈਕ? ਸਾਡਾ ਮਾਈਂਡ ਜਿਹੜਾ ਹੈ ਨਾ, ਉਹਨੂੰ ਨਾ ਸੇਫਟੀ ਚਾਹੀਦੀ ਹੈ. ਵੀ ਆਲਵੇਜ਼ ਵਾਂਟ ਦੈਟ ਬ੍ਰਿਜ ਇਨ ਲਾਈਫ, ਰਾਈਟ? ਇੱਕ ਸਟੋਰੀ ਸੀਗੀ ਨਾ ਰਾਜਾ ਸਾਹਿਬ ਦੀ. ਉਹ ਕਹਿੰਦੇ ਯਾਰ ਇਹ ਸਾਡੇ ਤੇ ਇੱਥੇ ਜਿਹੜਾ ਕਿਲ੍ਹਾ ਹੈਗਾ ਉਹ 'ਤੇ ਅਟੈਕ ਹੋ ਜਾਣਾ ਕਿਉਂਕਿ ਡਾਕੂ ਆ ਗਏ ਆ ਆਲੇ ਦੁਆਲੇ, ਹੁਣ ਕੀ ਕਰੀਏ? ਅਤੇ ਉਹਨੂੰ ਕੋਈ ਬੰਦਾ ਸਲਾਹ ਦਿੰਦਾ ਕਿ ਭਾਜੀ ਆਪਾਂ ਨੂੰ ਜਾ ਕੇ ਹਮਲਾ ਕਰਨਾ ਪੈਣਾ ਅਤੇ ਵੀਲ ਹੈਵ ਟੂ ਫਾਈਟ ਵਿਦ ਆਲ ਆਰ ਮਾਈਟ. ਅਤੇ ਉਹ ਚੁਣਦਾ ਬੰਦਾ ਕਿ ਕਿਹੜਾ ਜਾਏਗਾ, ਲੀਡ ਕਰੇਗਾ. ਉਹ ਬੰਦਾ ਕਹਿੰਦਾ ਮੈਂ ਜਾਊਂਗਾ, ਪਰ ਰਾਜਾ ਦੇ ਕੰਨ 'ਚ ਇੱਕ ਗੱਲ ਕਹਿ ਕੇ ਜਾਂਦਾ. ਰਾਜਾ ਕਹਿੰਦਾ ਠੀਕ ਹੈ. ਉਹ ਆਪਣੀ ਪ੍ਰਜਾ ਨੂੰ ਲੈ ਕੇ ਉਹ ਦੂਜੇ ਬੰਨੇ ਚਲ ਜਾਂਦਾ ਅਤੇ ਰਾਜਾ ਪਿੱਛੇ ਬ੍ਰਿਜ ਨੂੰ ਬਾਲ ਦਿੰਦਾ, ਜਲਾ ਦਿੰਦਾ. ਠੀਕ ਆ, ਨਾਓ ਦੇ ਫਾਈਟ ਵਿਦ ਆਲ ਦੇਅਰ ਮਾਈਟ ਬਿਕੋਜ਼ ਦੇ ਨੋ ਦੈਟ ਵਾਪਸ ਜਾਣ ਦਾ ਕੋਈ ਰਾਹ ਨਹੀਂ ਹੈਗਾ. ਆਪਾਂ ਹਮੇਸ਼ਾ ਰਾਹ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਜੇ ਇੰਡੀਆ 'ਚ ਕੋਈ ਖਰਾਬ ਹੋ ਗਿਆ ਅਤੇ PR ਹੋਏਗੀ ਇੱਥੇ ਆ ਜਾਵਾਂਗੇ, ਜਾਂ ਸਿਟੀਜ਼ਨਸ਼ਿਪ ਹੋਏਗੀ ਇੱਥੇ ਆ ਜਾਵਾਂਗੇ. ਜੇ ਇੱਥੇ ਹੋਇਆ ਅਤੇ ਉਹ ਗਲਤ ਨਹੀਂ ਹੈ. ਈਵਨ ਆਈ ਵਾਂਟ ਬੈਕਅਪ ਆਪਸ਼ਨਸ ਇਨ ਮਾਈ ਲਾਈਫ. ਆਈ ਡੋਂਟ ਨੋ ਕਿ ਕੱਲ੍ਹ ਨੂੰ ਆਹ ਵਰਕ ਕਰੇ ਨਾ ਕਰੇ, ਤਾਈਓ ਤਾਂ ਆਪਾਂ ਇੰਸ਼ੋਰੈਂਸ ਲੈਂਦੇ ਹਾਂ, ਰਾਈਟ? ਉਹ ਗਲਤ ਨਹੀਂ ਹੈ, ਬਿਲਕੁਲ ਗਲਤ ਨਹੀਂ ਹੈ. ਆਈ ਡੋਂਟ ਸੇ ਦੈਟ ਉਹ ਗਲਤ ਹੈ, ਬਟ ਬਾਰ ਬਾਰ ਕੰਸਿਸਟੈਂਟਲੀ ਇਹ ਸੋਚਦੇ ਰਹਿਣਾ ਕਿ ਚਲ ਜਾਵਾਂਗੇ, ਉਹ ਗਲਤ ਆ. Because then you are not able to, your mind and your soul is not there present in that moment. That is a mistake. Multiple countries citizenship लो, आ सोच के लो कि यार ਆਪਾਂ ਕਿਤੇ ਵੀ ਜਾ ਕੇ we'll chill. ਬਟ ਜੇ ਆ ਸੋਚ ਕੇ ਜੇ ਉੱਥੇ ਕੁਝ ਖਰਾਬ ਹੋ ਗਿਆ ਦੈਟ ਤੁਸੀਂ ਫਿਰ ਨਾ ਪੂਰਾ ਐਫਰਟ ਨਹੀਂ ਪਾਓਗੇ. ਨਾ ਇਮੈਜਿਨ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਅਤੇ ਫੋਨ 'ਤੇ ਦੇਖਦੇ ਗੱਲ ਕਰ ਰਹੇ ਹਾਂ ਜਾਂ ਪਿੱਛੇ ਦੇਖਦੇ ਵੁੱਡ ਯੂ ਇੰਜੋਏ ਦ ਕਨਵਰਸੇਸ਼ਨ? No, not at all. Will you take interest in me? No. Why would luck take interest in that person ਜਿਹੜਾ ਪਿੱਛੇ ਵੇਖ ਰਿਹਾ ਯਾਰ? Right? It's that logic. Yeah. Very nice, Sahil ji. And I know ਕਿ ਕਨਵਰਸੇਸ਼ਨ ਜਿੰਨੀ ਲੰਬੀ ਕਰ ਲਓ ਉਨੀ ਜਾ ਸਕਦੀ ਹੈ, ਬਟ ਐਵਰੀਬਡੀ ਜਿਹੜੇ ਹੁਣ ਇਸ ਵੇਲੇ ਸੁਣ ਰਹੇ ਹੋਣ ਜਾਂ ਜਿਹੜੇ ਜੁੜੇ ਹੋਣ, ਆਈ ਹੋਪ ਕਿ ਉਹਨਾਂ ਤੱਕ ਅੱਜ ਦੇ ਪਹਿਲੇ ਐਪੀਸੋਡ ਦਾ, ਤੁਹਾਡੀਆਂ ਗੱਲਾਂ ਦਾ ਉਹ ਮੀਨਿੰਗ ਗਿਆ ਹੋਏ, ਕਿਉਂਕਿ ਲੈਟ ਮੀ ਸਪੀਕ ਦਾ ਮਤਲਬ ਛੋਟਾ ਨਹੀਂ ਹੈ. ਜੇ ਆਪਾਂ ਨੈਗੇਟਿਵਿਟੀ ਨੂੰ ਇੰਨਾ ਓਵਰਪਾਵਰ ਕਰ ਲਿਆ ਨਾ, ਤਾਂ ਮੇਰੀ ਕੋਸ਼ਿਸ਼ ਇਹ ਸੀਗੀ, ਕਿਉਂਕਿ ਵਾਈ ਆਈ ਚੂਜ਼ ਯੂ ਐਜ਼ ਮਾਈ ਫਰਸਟ ਗੈਸਟ, ਮੈਂ ਜ਼ਰੂਰ ਇਹਨੂੰ ਵਾਈਂਡ ਅਪ ਕਰਦੇ ਹੋਏ ਦੱਸਾਂ ਕਿ ਯੂ ਆਰ ਦ ਓਨਲੀ ਪਰਸਨ ਜਿਨ੍ਹਾਂ ਦੇ ਕੰਟੈਂਟ ਤੋਂ ਜਾਂ ਜਿਨ੍ਹਾਂ ਦੀ ਚੀਜ਼ਾਂ ਤੋਂ ਮੈਨੂੰ ਇਹ ਲੱਗਿਆ ਕਿ ਯੂ ਆਰ ਟਾਕਿੰਗ ਰਾਈਟ, ਕਿ ਸਾਨੂੰ ਕੀ ਕਰਨਾ ਚਾਹੀਦਾ ਹੈ. ਕਿਉਂਕਿ ਐਵਰੀਬਡੀ ਇਜ਼ ਟਾਕਿੰਗ ਪ੍ਰੋਬਲਮ ਕੀ ਹੈ. ਆਈ ਐਮ ਨੋਟ ਸੇਇੰਗ ਕਿ ਕੋਈ ਮਾੜਾ ਕਰ ਰਿਹਾ. ਆਈ ਰਿਸਪੈਕਟ ਐਵਰੀਬਡੀ ਐਂਡ ਹਰ ਕੋਈ ਬਹੁਤ ਸੋਹਣਾ ਕਰ ਰਿਹਾ. ਉਹ ਐਕਚੁਅਲੀ ਬਹੁਤ ਸਹੀ ਗੱਲ ਆ, ਤਾਂ ਕਿ ਆਉਣ ਤੋਂ ਪਹਿਲਾਂ ਲੋਕਾਂ ਨੂੰ ਪਤਾ ਲੱਗ ਜੇ. ਯਾ ਦੇ ਆਰ ਡੂਇੰਗ ਅ ਗ੍ਰੇਟ ਜੌਬ, है ना? मैंने कभी ये कमेंट, ये बंदा किस बात का इतना पॉजिटिव है, क्या हो रहा है, क्या ये वो, इसको पता नहीं है. जो हैं उन, मैं कहता हूँ जो हैं उनको तो समहाउ कहीं ना कोई खुशी मिल जाए. जो आना चाह रहे हैं उनके लिए बहुत सारे इन्फ्लुएंसेस हैं, लेकिन जो हैं उनको एक ब्राइटर साइड दिखा के, उनको कितने मैसेजेस आते हैं, मेरे DMs भरे हुए हैं, एंड आई लव दोज everyone कि जी सर आज मैं ऐसा फील कर रही थी और आपकी ये वीडियो देखी. या कभी आता है कि यार आपको कैसे पता चल जाता है, आज मैंने ये प्रॉब्लम फेस की, मैंने एक पेरेंट्स के ऊपर बनाई थी कि ये ना सोचो पेरेंट्स को छोड़ के आओ, ये सोचो कि आज से 4-5 साल के बाद आप अपनी उस मन मर्जी की गाड़ी में उनको एयरपोर्ट से लेने के लिए जा रहे हो और वीज़ा उनका आपने लगवाया, अपने घर में लेके जा रहे हो. क्या ये चीज़ आपको पुश नहीं देती है मोटिवेशनल? तो पीपल वर लाइक ओह डूड दिस गाय इज गुड. मैं को गुड नहीं, मैं सोचता हूँ यार, मैं आई टेल माई पेरेंट्स एंड आई वॉन्ट देम
एंड आई वॉन्ट टू सी देयर फेस. मेरा कज़न आया था दिल्ली तो आई वॉज रियली एक्साइटेड बिकॉज आई वॉन्टेड टू सी हिज फेस, सीइंग हिज फर्स्ट टाइम ही हैज़ कम टू कैनेडा. आई वॉन्टेड टू सी हिज फेस, आई वॉन्ट टू सी माई पेरेंट्स फेस दैट oh this is how it is. and selfish reason है, मैं ਲੋਕਾਂ ਨੂੰ ਨਹੀਂ ਕਹਾਂ, ਆਪਣੇ ਆਪ ਨੂੰ at the end of the day I'll tell myself कि मेरी वजह से हुआ है ये, मेरी वजह से मैं इन्हें लेके आया हूँ, कुछ तो किया है मैंने उनके लिए. राइट. सो दैट्स ਬਹੁਤ ਵਧੀਆ ਕਰ ਰਹੇ ਹੋ. ਗੁੱਡ ਲੱਕ ਟੂ ਯੂ ਸਾਹਿਲ ਜੀ. ਐਂਡ ਪਹਿਲੇ ਐਪੀਸੋਡ ਦੇ ਵਿੱਚ ਇੰਨਾ ਕਹਿੰਦੇ ਆ ਨਾ ਦਿਲੋਂ ਗੱਲ ਕਰਨ ਦੇ ਲਈ ਥੈਂਕ ਯੂ ਸੋ ਮੱਚ. ਐਂਡ ਆਈ ਹੋਪ ਕਿ ਇਸੇ ਲੈਗੇਸੀ ਨੂੰ, ਇਸੇ ਕੌਨਫੀਡੈਂਸ ਨੂੰ, ਇਹਨਾਂ ਚੀਜ਼ਾਂ ਨੂੰ ਬਿਲਡ ਕਰਦੇ ਰਹੋ. ਸਾਨੂੰ ਵਧੀਆ ਕੈਨੇਡਾ ਦੀ ਸੈਰ ਕਰਾਉਂਦੇ ਰਹੋ, ਕਿਉਂਕਿ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਯੂ ਫੀਲ ਕਿ ਯਾਰ ਯੂ ਫੀਲ ਦ ਕਨੈਕਸ਼ਨ. ਤੁਹਾਨੂੰ ਲੱਗਦਾ ਹੈ ਕਿ ਦਿਸ ਇਜ਼ ਸਮਥਿੰਗ ਕਿ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ. ਸੋ ਕੰਪਲੀਟਿੰਗ ਦ ਥਿੰਗ ਕਿ ਨੈਗੇਟਿਵਿਟੀ ਸਾਰੇ ਪਾਸੇ ਹੈਗੀ ਹੈ, ਹਾਊ ਟੂ ਗੈਟ ਦ ਪੋਜ਼ਿਟਿਵਿਟੀ. ਐਂਡ ਯੂ ਆਰ ਡੂਇੰਗ ਅ ਗੁੱਡ ਜੋਬ. ਗੁੱਡ ਲੱਕ ਟੂ ਯੂ ਐਂਡ ਥੈਂਕ ਯੂ ਸੋ ਮੱਚ ਫॉर योर टाइम. ਐਂਡ ਆਈ ਹੋਪ ਕਿ ਅੱਗੇ ਰਿਲੇਸ਼ਨ ਇੱਦਾਂ ਹੀ ਬਿਲਟ ਰਹੇ ਐਂਡ ਦੁਬਾਰਾ ਮਿਲਦੇ ਰਹੀਏ. ਸੋ ਥੈਂਕ ਯੂ ਸੋ ਮੱਚ. ਲਵ ਯੂ ਜੀ.